ਹੋਰ ਜੀ ਠੀਕ ਠਾਕ ਹਾਂ ਸਤਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਏ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ आप ले हो तुम कथा सुधारी। सो कहो टल गुर सेविया अहनिस सहज सुभाए। दर्शन परसया गुरु कै जन्म मरण दुख जाए। चलो सतनाम श्री वाहिगुरु साहिब जी दोहरा करता हुक्म होयो हमें तब कल जोड़े हाथ राज तुम्हारो बेरहा हमें पंथ के साथ दोहरा करता हुक्म होयो हमें तब कल जोड़े हाथ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਏਮਾਨ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਨਗਰ ਤੱਲਣ ਜ਼ਿਲ੍ਹਾ ਜਲੰਧਰ ਵਿਖੇ ਸੰਧਿਆ ਦੇ ਦੀਵਾਨ ਵਿੱਚ ਜੁੜ ਕੇ ਗੁਰੂ ਕੇ ਇਤਿਹਾਸ ਦੀ ਮਨੋਹਰ ਕਥਾ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਤਿਗੁਰੂ ਸੱਚੇ ਪਾਤਸ਼ਾਹ ਆਪਣੀ ਰਹਿਮਤ ਸਦਕਾ ਬਖਸ਼ਿਸ਼ ਕਰ ਰਹੇ ਹਨ। ਸਤਿਗੁਰਾਂ ਦੇ ਅਸਥਾਨ ਦੇ ਉੱਤੇ ਨਿੱਤਾ ਪ੍ਰਤੀ ਜੋ ਲੜੀਵਾਰ ਕਥਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੋਹਣਾ ਸੁੰਦਰ ਇਤਿਹਾਸ ਆਪਾਂ ਹਰ ਰੋਜ਼ ਰਲ ਮਿਲ ਕੇ ਵਿਚਾਰਦੇ ਹਾਂ। ਚੂੜਾਮਣੀ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਜੋ ਆਪਣੀ ਕਲਮ ਦੁਆਰਾ ਸਤਿਗੁਰਾਂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਸੰਗਤਾਂ ਤੱਕ ਵਿਸਥਾਰ ਪੂਰਵਕ ਇਹ ਇਤਿਹਾਸ ਪਹੁੰਚਾਇਆ ਹੈ। ਆਪਾਂ ਸਰਵਣ ਕਰ ਰਹੇ ਸੀ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ
ਸੁੰਦਰ ਦਰਬਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਸਤਿਗੁਰੂ ਜੀ ਨੇ 52 ਕਵੀਆਂ ਨੂੰ, ਹੋਰ ਵਿਦਵਾਨ ਗੁਰਮੁਖਾਂ ਨੂੰ ਕੁਝ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ ਸਾਰੇ ਹੀ ਵਿਦਵਾਨਾਂ ਨੇ ਆਪੋ ਆਪਣੀ ਮਤ ਬੁੱਧ ਦੇ ਮੁਤਾਬਕ ਦਿੱਤੇ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਭਾਈ ਗੁਰਬਖਸ਼ ਸਿੰਘ ਜੀ ਅਥਵਾ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਸਿੱਖ ਦੇ ਬੇਨਤੀ ਕਰਨ ਤੋਂ ਆਪ ਉਹਨਾਂ ਸਵਾਲਾਂ ਦੇ ਸਟੀਕ ਜਵਾਬ ਦਿੱਤੇ। ਫਿਰ ਕੁਝ ਖੁੱਲ੍ਹੇ ਬਚਨ, ਕੁਝ ਨੀਤੀ ਦੇ ਬਚਨ ਸਤਿਗੁਰੂ ਜੀ ਨੇ ਆਪਣੇ ਖਾਲਸੇ ਨੂੰ, ਗੁਰੂ ਕੀਆਂ ਸੰਗਤਾਂ ਨੂੰ ਦੱਸੇ। ਬੜੇ ਪਿਆਰ ਦੇ ਨਾਲ ਸਿੱਖਿਆ ਨੂੰ ਸਮਝਾਇਆ। ਸੋ ਇਸ ਪ੍ਰਕਾਰ ਬਚਨ ਕਰਦਿਆਂ ਕਰਦਿਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੱਸਣ ਲੱਗੇ ਕਿ ਇੱਕ ਵਾਰ ਕਲਯੁਗ ਸਾਡੇ ਚਰਨਾਂ ਦੇ ਵਿੱਚ ਆਇਆ। ਸੋ ਕਲਯੁਗ ਦੇ ਨਾਲ ਜਿਵੇਂ ਵਾਰਤਾਲਾਪ ਹੋਇਆ, ਕੱਲ ਦਾ ਵਰਤਾਰਾ ਕਿਵੇਂ ਵਰਤੇਗਾ, ਜਿਵੇਂ ਜਿਵੇਂ ਉਹਨੇ ਦੱਸਿਆ ਤੇ ਆਪਣੇ ਪੰਥ ਦੇ ਵਿੱਚ ਸ਼ਾਮਲ ਕਰਨ ਦੇ ਲਈ ਉਸ ਕਲਯੁਗ ਨੇ ਬੇਨਤੀ ਕੀਤੀ। ਸੋ ਇਹ ਸਾਰਾ ਪ੍ਰਸੰਗ ਅੱਜ ਆ ਰਿਹਾ ਹੈ। ਆਓ ਬੜੇ ਪਿਆਰ ਨਾਲ ਸਰਵਣ ਕਰੀਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਰਤਾ ਹੁਕਮ ਹੋਇ ਹਮੈ, ਤਬ ਤਬ ਜੋੜੇ ਹਾਥ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਹ ਕਲਯੁਗ ਦੁਨੀਆ ਦੇ ਉੱਤੇ ਧਰਮ ਬਹੁਤ ਚੱਲਣਗੇ ਤੇਰੇ ਸਮੇਂ ਵਿੱਚ, ਪਰ ਉਹਨਾਂ ਕੋਲ ਧਰਮ ਭਾਵ ਨਹੀਂ ਹੋਵੇਗਾ। ਪੰਥ ਚੱਲਣਗੇ, ਖਤਮ ਹੋ ਜਾਣਗੇ, ਫਿਰ ਚੱਲਣਗੇ, ਫਿਰ ਖਤਮ ਹੋਣਗੇ। ਨਿਤ ਨਵੇਂ ਨਵੇਂ ਪੰਥ, ਨਵੇਂ ਨਵੇਂ ਡੇਰੇ, ਨਵੇਂ ਨਵੇਂ ਦੇਹਧਾਰੀ ਗੁਰੂ ਬਣ ਕੇ ਬੈਠਣਗੇ ਸੰਗਤਾਂ ਨੂੰ ਗੁੰਮਰਾਹ ਕਰਨ ਦੇ ਲਈ। ਵਿਖਾਵਾ ਪੰਥ ਦਾ ਹੋਵੇਗਾ, ਵਿਖਾਵਾ ਧਰਮ ਦਾ ਹੋਵੇਗਾ, ਪਰ ਅਸਲ ਵਿੱਚ ਧਰਮ ਦਾ ਤੱਤ ਉਹਨਾਂ ਦੇ ਕੋਲ ਨਹੀਂ ਹੋਵੇਗਾ। ਸਿਰਫ ਇਸ ਕਲਯੁਗ ਦੇ ਸਮੇਂ ਦੇ ਵਿੱਚ ਬਲਿਓ ਚਿਰਾਗ ਅੰਧਿਆਰਮ ਹੈ, ਸਭ ਕਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕਲਯੁਗ ਦੇ ਵਿੱਚ ਪ੍ਰਮਾਣਿਕ ਅਵਤਾਰ ਹਨ ਤੇ ਉਹਨਾਂ ਦੀਆਂ ਸਿੱਖ ਸੰਗਤਾਂ, ਉਹਨਾਂ ਦਾ ਖਾਲਸਾ ਪੰਥ ਹੀ ਦੁਨੀਆ ਵਿੱਚ ਵਧੇ ਫੁੱਲੇਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਚਨ ਕਰਦਿਆਂ ਕਹਿਣ ਲੱਗੇ ਕਿ ਕਰਤਾ ਹੁਕਮ ਹੋਇਓ ਹਮੈ, ਤਬ ਕਲ ਜੋਰੇ ਹਾਥ। ਕਹਿੰਦੇ ਇਹ ਪੰਥ ਅਸੀਂ ਉਸ ਵੇਲੇ ਪ੍ਰਗਟ ਕੀਤਾ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਵਿੱਚ, ਜਦੋਂ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕਰਕੇ ਇਸ ਧਰਤੀ ਦੇ ਉੱਤੇ ਭੇਜਿਆ ਕਿ ਖਾਲਸਾ ਪੰਥ ਚਲਾਉਣਾ ਹੈ, ਖਾਲਸਾ ਪੰਥ ਪ੍ਰਗਟ ਕਰਨਾ ਹੈ। ਤੇ ਅਸੀਂ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਵਿੱਚ ਇਹ ਖਾਲਸਾ ਪੰਥ ਪ੍ਰਗਟ ਕੀਤਾ ਹੈ। ਤਿੰਨ ਪ੍ਰਭ ਜਬ ਆਏ ਸਮੋਹ ਦੀਆ, ਤਬ ਹਮ ਜਨਮ ਕਲੂ ਮੈਂ ਲੀਆ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕਰਕੇ ਭੇਜਿਆ ਤੇ ਮੈਂ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਪੰਥ ਚੱਲੈ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਸੋ ਸਤਿਗੁਰੂ ਜੀ ਕਹਿਣ ਲੱਗੇ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਹੋਏ ਉਹਨਾਂ ਬਚਨਾਂ ਦੇ ਮੁਤਾਬਕ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਦੇ ਵਿੱਚ ਅਸੀਂ ਖਾਲਸਾ ਪੰਥ ਪ੍ਰਗਟ ਕੀਤਾ ਹੈ। ਔਰ ਇਸ ਖਾਲਸਾ ਪੰਥ ਦੇ ਪ੍ਰਗਟ ਕਰਨ ਦਾ ਕਾਰਨ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਆਪ ਆਪਣੀ ਕਲਮ ਤੋਂ ਦੱਸਦੇ ਹਨ ਕਿ ਕਿਸ ਵਾਸਤੇ ਖਾਲਸਾ ਪੰਥ ਪ੍ਰਗਟ ਕੀਤਾ। ਧਰਮ ਚਲਾਵਨ, ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ ਦੇ ਵਾਸਤੇ। ਇਹ ਸੰਸਾਰ ਦੇ ਵਿੱਚ ਪੰਜਾਂ ਸਿੰਘਾਂ ਦੇ ਸੀਸ, ਪੰਜ ਸਿੱਖਾਂ ਦੇ ਸੀਸ ਭੇਟ ਲੈ ਕੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦਾ ਜਦੋਂ ਹੁਕਮ ਹੋਇਆ ਤੇ ਅਸੀਂ ਇਹ ਪੰਥ ਪ੍ਰਗਟ ਕੀਤਾ। ਇੰਨੇ ਬਚਨ ਸੁਣ ਕੇ ਸਤਿਗੁਰੂ ਜੀ ਦੇ ਤੇ ਕਲਯੁਗ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹੱਥ ਜੋੜੇ। ਰਾਜ ਤੁਮਾਰੋ ਬੇਰਹਾਮਾ, ਹਮੈ ਪੰਥ ਕੇ ਸਾਥ। ਕਲਯੁਗ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਪੰਥ ਖਾਲਸੇ ਦਾ ਰਾਜ ਹੋਵੇਗਾ ਮੇਰੇ ਸਮੇਂ ਦੇ ਵਿੱਚ। ਭਾਵ ਕਲਯੁਗ ਦੇ ਸਮੇਂ ਵਿੱਚ ਤੁਹਾਡੇ ਖਾਲਸਾ ਪੰਥ ਦਾ ਰਾਜ ਹੋਣਾ ਹੈ। ਤੁਹਾਡੇ ਬਚਨ ਤਾਂ ਅਟਲ ਹਨ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਇੱਕ ਬੇਨਤੀ ਹੈ ਕਿ ਮੈਨੂੰ ਵੀ ਆਪਣੇ ਪੰਥ ਦੇ ਸਾਥ, ਆਪਣੇ ਪੰਥ ਦੇ ਨਾਲ ਮਿਲਾ ਕੇ ਰੱਖੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਮ ਦੇ ਅਸਥਾਨ ਦੇ ਉੱਤੇ ਕਲਯੁਗ ਅਸੀਂ ਤੈਨੂੰ ਕਿਵੇਂ ਜਗ੍ਹਾ ਦੇ ਸਕਦੇ ਹਾਂ, ਕਿਵੇਂ ਗੁਰੂ ਕੀ ਸੰਗਤ ਵਿੱਚ ਤੈਨੂੰ ਮਿਲਾ ਕੇ ਰੱਖ ਸਕਦੇ ਹਾਂ।
ਤੇ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿੰਦਾ ਨਹੀਂ ਮਹਾਰਾਜ, ਧਰਮ ਦੇ ਅਸਥਾਨਾਂ ਦੇ ਉੱਤੇ ਮੇਰੀ ਪਹਿਲਾਂ ਵੀ ਠੌਰ ਹੈ, ਪਹਿਲਾਂ ਵੀ ਮੇਰਾ ਟਿਕਾਣਾ ਹੈ। ਕਿੱਥੇ ਕਿੱਥੇ ਹੈ? ਕਹਿਣ ਲੱਗਾ ਕਿ ਜਗਨਨਾਥ ਦੀ ਠੌਰ ਮੋਹੇ ਦੁਆਰਕਾ ਮਹਿ ਰਨ ਛੋਰ। ਕਹਿੰਦੇ ਜਗਨਨਾਥ ਦੇ ਵਿੱਚ ਵੀ ਕਹਿੰਦੇ ਮੈਨੂੰ ਉੱਥੇ ਜਗ੍ਹਾ ਮਿਲੀ ਹੋਈ ਆ, ਮੈਂ ਰਹਿ ਸਕਦਾ। ਤੇ ਇਸੇ ਤਰ੍ਹਾਂ ਦੁਆਰਕਾਪੁਰੀ ਜਿਹੜੀ ਭਗਵਾਨ ਕ੍ਰਿਸ਼ਨ ਜੀ ਨੇ ਸਮੁੰਦਰ ਕੰਢੇ ਜਾਂ ਸਮੁੰਦਰ ਦੇ ਵਿੱਚ ਵਸਾਈ ਸੀ, ਜਿਹਨੂੰ ਬਾਅਦ ਵਿੱਚ ਸਮੁੰਦਰ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ। ਦੁਆਰਕਾ ਮੈਂ ਰਨ ਛੋੜ, ਜਿੱਥੇ ਰਨ ਛੋੜ ਭਾਵ ਕ੍ਰਿਸ਼ਨ ਜੀ ਦੀ ਇਹ ਦੁਆਰਕਾ ਸੀ। ਸੋ ਉਸ ਜਗ੍ਹਾ ਵੀ ਮੈਨੂੰ ਟਿਕਾਣਾ ਮਿਲਿਆ ਹੋਇਆ ਹੈ। ਕ੍ਰਿਸ਼ਨ ਜੀ ਨੂੰ, ਵਿਸ਼ਨੂੰ ਜੀ ਨੂੰ ਰਨ ਛੋੜ ਕਹਿੰਦੇ ਹੈ ਕਿਉਂਕਿ ਉਹਨਾਂ ਨੇ ਮੈਦਾਨੇ ਜੰਗ ਵਿੱਚ ਸ਼ਸਤਰ ਉਠਾਉਣ ਤੋਂ ਨਾਂਹ ਕਰ ਦਿੱਤੀ ਸੀ ਕਿ ਅੱਗੇ ਯਾਦਵਾਂ ਦੀ ਜਿਹੜੀ 54,000 ਜਿਹੜੀ ਕੁਲ ਹੈ ਇਹ, ਸੋ ਉਹ ਹਨ ਲੜਾਈ ਦੇ ਵਿੱਚ। ਇੱਧਰ ਕੌਰਵ ਵੀ ਮੇਰੇ ਆਪਣੇ, ਪਾਂਡਵ ਵੀ ਆਪਣੇ, ਮੈਂ ਕਿਹੜੇ ਪੱਖ ਦੇ ਵਿੱਚ ਹੋਵਾਂ। ਇਹ ਸੋਚ ਕੇ ਭਗਵਾਨ ਜੀ ਨੇ ਆਖਿਆ ਸੀ ਕਿ ਮੈਂ ਸ਼ਸਤਰ ਨਹੀਂ ਉਠਾਵਾਂਗਾ। ਤੇ ਫਿਰ ਮੈਦਾਨੇ ਜੰਗ ਵਿੱਚ ਸ਼ਸਤਰ ਨਹੀਂ ਉਠਾਏ ਸੀ, ਰਣ ਨੂੰ ਛੱਡ ਕੇ ਚਲੇ ਗਏ ਸਨ। ਇਸ ਕਰਕੇ ਭਗਵਾਨ ਕ੍ਰਿਸ਼ਨ ਨੂੰ ਰਣ ਛੋੜ ਵੀ ਕਿਹਾ ਜਾਂਦਾ ਹੈ। ਰਣ ਛੱਡ ਕੇ ਜਾਣ ਵਾਲੇ, ਮੈਦਾਨੇ ਜੰਗ ਵਿੱਚੋਂ ਜਾਣ ਵਾਲੇ, ਇਹਨਾਂ ਨੇ ਸ਼ਸਤਰ ਨਹੀਂ ਚਲਾਇਆ ਸੀ ਤੇ ਉਹ ਰਥ ਦਾ ਪਹੀਆ ਜਾਂ ਘੁਮਾਈ ਗਏ ਸਨ। ਸੋ ਇਸ ਕਰਕੇ ਇਹਨਾਂ ਨੂੰ ਰਣ ਛੋੜ ਵੀ ਕਹਿੰਦੇ ਆ। ਕਹਿੰਦੇ ਜਿੱਥੇ ਰਣ ਛੋੜ ਜੀ ਦਾ ਅਸਥਾਨ ਹੈ ਦੁਆਰਕਾ ਵਿੱਚ, ਹੇ ਸਤਿਗੁਰੂ ਜੀ, ਮੈਨੂੰ ਉੱਥੇ ਵੀ ਧਰਮ ਦੀ ਜਗ੍ਹਾ ਤੇ ਮੈਨੂੰ ਟਿਕਾਣਾ ਮਿਲਿਆ ਹੋਇਆ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਕਾਂਸ਼ੀ ਹੈ, ਕਾਂਸ਼ੀ ਦੇ ਵਿੱਚ ਵਿਸ਼ਵਾਨਾਥ, ਵਿਸ਼ੇਸ਼ਰਨਾਥ ਜਾਂ ਵਿਸ਼ਵ ਦਾ ਮਾਲਕ ਭਗਵਾਨ ਸ਼ਿਵ ਜੀ ਨੂੰ ਕਿਹਾ ਜਾਂਦਾ ਹੈ। ਕਹਿੰਦੇ ਜਿੱਥੇ ਸ਼ਿਵ ਭਗਵਾਨ ਦਾ ਟਿਕਾਣਾ ਕਾਂਸ਼ੀ ਵਿੱਚ, ਉੱਥੇ ਵੀ ਮੈਨੂੰ ਜਗ੍ਹਾ ਮਿਲੀ ਹੋਈ ਹੈ। ਤੇ ਇਸੇ ਪ੍ਰਕਾਰ ਕੁਰ ਮੈਂ ਧਰਮ ਅਨਮੋਲ, ਕੁਰ ਨਾਮ ਹੈ ਕੁਰਕਸ਼ੇਤਰ ਦਾ। ਕਹਿੰਦੇ ਕੁਰਕਸ਼ੇਤਰ ਦੇ ਵਿੱਚ ਵੀ ਮੈਨੂੰ ਜਗ੍ਹਾ ਮਿਲੀ ਹੋਈ ਹੈ, ਧਰਮਜਾਂ ਵਾਲੀ ਜਗ੍ਹਾ ਤੇ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਵੀ ਧਰਮ ਹੈ, ਇਸੇ ਤਰ੍ਹਾਂ ਤੁਸੀਂ ਵੀ ਮੈਨੂੰ ਆਪਣੇ ਧਰਮ ਦੇ ਵਿੱਚ, ਪੰਥ ਦੇ ਵਿੱਚ ਮਿਲਾ ਕੇ ਰੱਖ ਲਓ। ਤੇ ਕੀ ਕਰਾਂਗਾ ਮੈਂ? ਕਹਿੰਦੇ ਸਕਲ ਕਰੂੰਗਾ ਕਾਜ, ਤੁਹਾਡੇ ਸਾਰੇ ਕੰਮ ਕਰਾਂਗਾ ਮੈਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੇ ਲੋਕਾਂ ਦੇ ਵਿੱਚ, ਖੰਡਾਂ ਬ੍ਰਹਮੰਡਾਂ ਦੇ ਵਿੱਚ ਜਾਣਿਆ ਜਾਵੇਗਾ ਕਿ ਮੇਰੇ ਸਮੇਂ ਵਿੱਚ, ਕਲਯੁਗ ਦੇ ਸਮੇਂ ਵਿੱਚ ਖਾਲਸੇ ਦਾ ਰਾਜ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਅਸੀਂ ਉਸ ਵੇਲੇ ਕਲਯੁਗ ਨੂੰ ਇਸ ਪ੍ਰਕਾਰ ਆਖਿਆ ਕਿ ਤੁਮ ਕੋ ਕਰਨੀ ਸਿੱਧ। ਕਹਿੰਦੇ ਤੇਰੇ ਕਾਲ ਦੇ ਵਿੱਚ, ਤੇਰੇ ਸਮੇਂ ਦੇ ਵਿੱਚ ਕਿਹੜੀ ਕਰਨੀ ਦੀ ਸਫਲਤਾ ਪ੍ਰਾਪਤ ਹੋਏਗੀ, ਕਿਹੜੀ ਕਰਨੀ ਕੀਤੀ ਜਾਵੇ ਜਿਹਦੇ ਨਾਲ ਸਿੱਧਤਾ ਪ੍ਰਾਪਤ ਹੋਵੇ, ਸਫਲਤਾ ਮਿਲੇ। ਉਸ ਵੇਲੇ ਕਲਯੁਗ ਕਹਿਣ ਲੱਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸਮੇਂ ਵਿੱਚ ਕਰਨੀ ਨਹੀਂ ਚੱਲਣੀ, ਕੋਈ ਕਰਮ ਕਾਂਡ ਨਹੀਂ ਚੱਲਣਗੇ। ਨਾ ਧੂਣੀਆਂ ਤਾਪਣ ਵਾਲਿਆਂ ਨੂੰ ਕੁਝ ਮਿਲੇਗਾ, ਨਾ ਜਲ ਧਾਰੇ ਕਰਨ ਵਾਲਿਆਂ ਨੂੰ ਕੁਝ ਮਿਲੇਗਾ, ਨਾ ਪੁੱਠੇ ਲਟਕਣ ਵਾਲਿਆਂ ਨੂੰ ਕੁਝ ਮਿਲੇਗਾ। ਕੀ ਹੋਏਗਾ? ਕਰੋ ਨਾਮ ਕੀ ਬਿਰਧ। ਕਹਿੰਦਾ ਮੇਰੇ ਸਮੇਂ ਦੇ ਵਿੱਚ ਤਾਂ ਜਿਹੜਾ ਕੋਈ ਨਾਮ ਜਪੇਗਾ ਨਾ, ਉਹਦੀ ਬਿਰਧ, ਉਹਦੀ ਵਡਿਆਈ ਹੋਵੇਗੀ, ਉਹਦਾ ਹੀ ਜਸ ਦੁਨੀਆ ਦੇ ਵਿੱਚ ਮੈਂ ਕਰਵਾਵਾਂਗਾ। ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੈ ਗੁਰਮੁਖ ਪਿਆਰਿਓ, ਉਹਨਾਂ ਦਾ ਜਸ ਦੁਨੀਆ ਦੇ ਵਿੱਚ ਆਪ ਮੁਹਾਰਾ ਹੀ ਹੋ ਜਾਂਦਾ ਹੈ। ਹਾਲਾਂਕਿ ਗੁਰਬਾਣੀ ਵਿੱਚ ਐਸੇ ਵੀ ਬਚਨ ਨੇ, ਜੇ ਕੋ ਨਾਉ ਲਏ ਬਦਨਾਵੀ ਕਲ ਕੇ ਲਖਣ ਏਈ। ਇਹ ਕਲਯੁਗ ਦੇ ਲੱਛਣ ਹੈ। ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਕੋਈ ਲਵੇ ਨਾ, ਲੋਕ ਉਹਦੀ ਬਦਨਾਮੀ ਕਰਦੇ ਆ, ਪਰ ਸ਼ੁਰੂ ਵਿੱਚ ਹੀ ਕਰਦੇ ਆ। ਜਦੋਂ ਪ੍ਰਗਟ ਹੋ ਜਾਂਦਾ ਹੈ ਲੋਕਾਂ ਦੇ ਵਿੱਚ, ਸਾਖਿਆਤ ਰੂਪ ਦੇ ਵਿੱਚ ਪਤਾ ਲੱਗ ਜਾਂਦਾ ਰੱਬ ਦਾ ਭਗਤ ਹੈ, ਤੇ ਫਿਰ ਇਹ ਕਲਯੁਗ ਹੈ ਨਾ ਜਿਹੜਾ, ਇਹ ਪੂਜਾ ਵੀ ਬਹੁਤ ਕਰਵਾਉਂਦਾ ਹੈ, ਮਾਣ ਸਤਿਕਾਰ ਵੀ ਬਹੁਤ ਦਿਵਾਉਂਦਾ ਹੈ। ਆਰੰਭਤਾ ਦੇ ਵਿੱਚ ਹੀ ਹੁੰਦਾ। ਆਰੰਭਤਾ ਦੇ ਵਿੱਚ ਆਮ ਮਨੁੱਖ ਦੀ ਤਾਂ ਗੱਲ ਛੱਡੋ, ਗੁਰਮੁਖ ਪਿਆਰਿਓ ਇੱਥੇ ਵੱਡੇ ਵੱਡੇ ਸੰਤ ਭਗਤ ਰਹਿਬਰ ਪੀਰ ਗੁਰੂ ਹੋਏ ਹੈ, ਉਹਨਾਂ ਨੂੰ ਵੀ ਲੋਕਾਂ ਨੇ ਪ੍ਰਵਾਨਿਆ ਨਹੀਂ। ਭਗਤ ਕਬੀਰ ਸਾਹਿਬ ਜੀ ਦੀ ਉਦਾਹਰਨ ਲੈ ਲਓ। ਤੇ ਗੁਰਮੁਖ ਪਿਆਰਿਓ ਬਾਕੀ ਜਗਤ ਦੀ ਤਾਂ ਗੱਲ ਛੱਡੋ, ਘਰ ਵਾਲੇ ਕਿਤੇ ਕਬੀਰ ਸਾਹਿਬ ਦੀ ਮਾਤਾ ਮੰਨਦੀ ਸੀ? ਉਹ ਤਾਂ ਕਹਿੰਦੀ ਸੀ ਜਬ ਕੀ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਭਇਓ। ਕਹਿੰਦੀ ਆ ਨਪੁੱਤੇ ਨੇ ਜਦੋਂ ਦੀ ਕਹਿੰਦੇ ਮਾਲਾ ਲਈ ਆ ਨਾ, ਫੜੀ ਆ ਰਾਮ ਨਾਮ ਜਪਦਾ, ਸਾਨੂੰ ਕੋਈ ਸੁੱਖ ਹੀ ਨਹੀਂ ਮਿਲਿਆ। ਕਿਉਂਕਿ ਬੁਣਨਾ ਤਾਨਣਾ ਤਜਿਓ ਕਬੀਰ,
ਕਹਿੰਦੇ ਇਹਨੇ ਤਾਂ ਬੁਣਨਾ ਤਣਨਾ ਜਿਹੜਾ ਸਾਡੀ ਕੁਲ ਦਾ ਕਾਰਜ ਸੀ ਨਾ ਜੁਲਾਹਿਆਂ ਵਾਲਾ, ਉਹ ਛੱਡ ਕੇ ਤੇ ਮਾਲਾ ਲੈ ਕੇ ਬਹਿ ਜਾਂਦਾ ਹੈ। ਘਰ ਦੇ ਵੀ ਨਹੀਂ ਮੰਨਦੇ ਹੁੰਦੇ। ਆਰੰਭਤਾ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੀ ਘਰ ਵਾਲਿਆਂ ਨੇ ਪਹਿਲਾਂ ਪ੍ਰਵਾਨ ਕੀਤਾ ਸੀ? ਉਹ ਤਾਂ ਭੈਣ ਨਾਨਕੀ ਸੀ ਨਾ, ਜਿਨ੍ਹਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਅਵਤਾਰ ਰੂਪ ਵਿੱਚ, ਗੁਰੂ ਰੂਪ ਵਿੱਚ ਜਾਣਿਆ ਸੀ। ਨਹੀਂ ਤਾਂ ਐਵੇਂ ਨਿੱਕੀਆਂ ਗੱਲਾਂ ਦੇ ਉੱਤੇ ਪਿਤਾ ਮਹਿਤਾ ਕਾਲੂ ਜੀ ਝਿੜਕਦੇ ਰਹਿੰਦੇ। ਇਸੇ ਤਰ੍ਹਾਂ ਮੋਹ ਮਾਇਆ ਦੇ ਅਧੀਨ ਹੋ ਕੇ, ਪੁੱਤਰ ਮੋਹ ਦੇ ਅਧੀਨ ਹੋ ਕੇ ਮਾਤਾ ਤ੍ਰਿਪਤਾ ਜੀ ਵੀ ਇਹੀ ਸੋਚਦੇ ਰਹਿੰਦੇ ਕਿ ਇਹ ਮੇਰਾ ਪੁੱਤਰ ਨਾਨਕ ਹੈ। ਗੁਰੂ ਨਾਨਕ ਤਾਂ ਭੈਣ ਨਾਨਕੀ ਜੀ ਨੇ ਜਾਣਿਆ। ਸੋ ਪਹਿਲਾਂ ਆਰੰਭਤਾ ਵਿੱਚ ਨਹੀਂ ਮੰਨਦੇ ਹੁੰਦੇ। ਕਲਯੁਗ ਦੇ ਵਿੱਚ ਜਿਹੜਾ ਰੱਬ ਦਾ ਨਾਂ ਲੈਂਦਾ ਨਾ, ਉਹਦੀ ਪਹਿਲਾਂ ਹੁੰਦੀ ਹੈ ਬਦਨਾਮੀ, ਇਹ ਬਾਅਦ ਵਿੱਚ ਮਹਿਮਾ ਵੀ ਬਹੁਤ ਹੁੰਦੀ ਹੈ। ਭਗਤ ਨਾਮਦੇਵ ਜੀ ਨੂੰ ਵੇਖ ਲਓ, ਉਹ ਸੁਲਤਾਨ ਬਾਦਸ਼ਾਹ ਕਹਿੰਦਾ ਸੀ ਕਿ ਜਿਹੜੀ ਗਊ ਮਰ ਗਈ ਹੈ ਇਹਨੂੰ ਜਿਉਂਦੀ ਕਰਦੇ, ਮੈਨੂੰ ਕੋਈ ਕਰਾਮਾਤ ਦਿਖਾ। ਤੇ ਕਿੰਨੇ ਕਸ਼ਟ ਭੋਗਣੇ ਪਏ। ਕਦੇ ਹਾਥੀ ਦੇ ਅੱਗੇ ਸੁੱਟ ਦਿੱਤਾ, ਕਦੇ ਕੋਈ ਸਜ਼ਾ ਦਿੱਤੀ, ਕਦੇ ਕੋਈ ਸਜ਼ਾ ਦਿੱਤੀ। ਤੇ ਗੁਰਮੁਖ ਪਿਆਰਿਓ, ਕਲਯੁਗ ਦਾ ਪ੍ਰਭਾਵ ਸੀ ਨਾ, ਨਾਮ ਜਪਣ ਵਾਲਿਆਂ ਨੂੰ ਦੁੱਖ ਤਸੀਹੇ ਝੱਲਣੇ ਪਏ। ਹਾਂ, ਪਰ ਜਦੋਂ ਕਲਯੁਗ ਨੇ ਆਪਣਾ ਦੂਜੇ ਤਰਫ ਵਾਲਾ ਪ੍ਰਭਾਵ ਦਿਖਾਇਆ, ਜਿਹੜਾ ਇੱਥੇ ਬਚਨ ਕਹਿ ਰਿਹਾ ਕਿ ਕਲਯੁਗ ਦੇ ਵਿੱਚ ਨਾਮ ਵਾਲਿਆਂ ਦੀ ਵਡਿਆਈ ਕਰਾਵਾਂਗਾ, ਤੇ ਫਿਰ ਉਹ ਜਿਹੜੀ ਮਰੀ ਹੋਈ ਗਾਂ ਸੀ ਉਹ ਜਿਉਂਦੀ ਕੀਤੀ। ਗਊ ਦੁਹਾਈ ਬਛੜਾ ਮੇਲ, ਤੇ ਉਹ ਗਊ ਨੂੰ ਚੋਇਆ, ਫਿਰ ਵੱਛਾ ਛੱਡ ਕੇ ਤੇ ਜਿਹੜੀ ਸੀ ਮਟਕੀ ਭਰ ਕੇ ਬਾਦਸ਼ਾਹ ਦੇ ਅੱਗੇ ਲਿਆ ਕੇ ਭਗਤ ਨਾਮਦੇਵ ਜੀ ਨੇ ਰੱਖ ਦਿੱਤੀ। ਤੇ ਨਾਲ ਹੀ ਅਕਾਲ ਪੁਰਖ ਵਾਹਿਗੁਰੂ ਨੇ ਹੁਕਮ ਕੀਤਾ ਸੀ, ਕਹਿੰਦੇ ਨਾਮਦੇਵ, ਕਹਿੰਦੇ ਤੂੰ ਇੱਕ ਵਾਰੀ ਬਾਚਨ ਕਰ ਸਹੀ। ਕਹੇ ਤਾਂ ਧਰਨ ਅਕੋਡੀ ਕਰੋ, ਕਹੇ ਤਾਂ ਲੇਕਰ ਉੱਪਰ ਧਰੋ। ਕਹਿੰਦੇ ਜੇ ਕਹੇ ਤਾਂ ਧਰਤੀ ਨੂੰ ਪੁੱਠੀ ਕਰ ਦੇਵਾਂ, ਤੇ ਧਰਤੀ ਤੋਂ ਜਦੋਂ ਇਹ ਹੇਠਾਂ ਡਿੱਗ ਪੈਣਗੇ, ਪਤਾਲ ਵਿੱਚ ਚਲੇ ਜਾਣਗੇ, ਕਹਿੰਦੇ ਮੁੜ ਕੇ ਫੇਰ ਸਿੱਧੀ ਕਰ ਦਿਆਂਗਾ। ਤੇ ਹੱਥ ਜੋੜੇ ਸਨ ਭਗਤ ਜੀ ਨੇ, ਕਹਿੰਦੇ ਨਹੀਂ ਮਹਾਰਾਜ, ਤੁਸੀਂ ਬਸ ਆ ਗਊ ਹੀ ਜਿਉਂਦੀ ਕਰ ਦਿਓ, ਤੇ ਬਸ ਇੰਨੇ ਕੁ ਨਾਲ ਹੀ ਸਰ ਜਾਵੇਗਾ। ਇਹਨਾਂ ਨੂੰ ਮੱਤ ਨਹੀਂ, ਅਕਲ ਨਹੀਂ ਹੈ, ਇਹਨਾਂ ਨੂੰ ਸਮੱਤ ਬਖਸ਼ੋ। ਸੋ ਕਲਯੁਗ ਦੇ ਵਿੱਚ ਇਹ ਦੋਵੇਂ ਹੀ ਗੱਲਾਂ ਹੁੰਦੀਆਂ ਕਿ ਨਾਮ ਜਪਣ ਵਾਲਿਆਂ ਦੀ ਬਦਨਾਮੀ ਵੀ ਸ਼ੁਰੂ ਵਿੱਚ ਬਹੁਤ ਹੁੰਦੀ ਹੈ। ਜੇ ਕੋਈ ਗੁਰੂ ਘਰ ਜਾਣ ਲੱਗ ਪਵੇ ਨਾ, ਕੋਈ ਮਾਈ, ਕੋਈ ਭੈਣ, ਕੋਈ ਭਰਾ, ਕੋਈ ਵੀਰ, ਤੇ ਫਿਰ ਆਂਢੀ ਗੁਆਂਢੀ ਨਾ ਉਹ ਖੁੰਡਾਂ ਦੇ ਉੱਤੇ ਬਹਿ ਕੇ, ਗਲੀ ਮੁਹੱਲੇ ਖੜੇ ਹੋ ਕੇ ਨਾ ਇੱਕ ਦੂਜੇ ਦੇ ਕੰਨ ਦੇ ਨਾਲ ਮੂੰਹ ਲਾ ਕੇ ਗੱਲਾਂ ਕਰਨਗੇ ਵੀ ਲੈ ਵੀ ਫਲਾਣਾ ਸਿਆ ਤਾਂ ਸਵੇਰੇ ਗੁਰਦੁਆਰੇ ਨੂੰ ਚੱਲ ਪੈਂਦਾ, ਇਹ ਤਾਂ ਕਰੂਗਾ ਕੁਛ। ਵੀ ਦੱਸ, ਉਹਨੇ ਜਾ ਕੇ ਗੁਰਦੁਆਰਾ ਢਾਉਣਾ, ਉੱਥੇ ਜਾ ਕੇ ਸੇਵਾ ਹੀ ਕਰੂਗਾ। ਇਹ ਕਹਿੰਦੇ ਕਰੂਗਾ ਕੁਛ ਜਿਹੜਾ ਸਵੇਰੇ ਚੱਲ ਪਿਆ। ਸੋ ਬਹੁਤ ਬਦਨਾਮੀ ਕਰਦੇ ਆ ਗੁਰਦੁਆਰੇ, ਗੁਰੂ ਘਰ ਜਾਣ ਵਾਲਿਆਂ ਦੀ, ਧਰਮ ਦੇ ਰਸਤੇ ਉੱਤੇ ਚੱਲਣ ਵਾਲਿਆਂ ਦੀ। ਇਹ ਕਲਯੁਗ ਦੇ ਲੱਛਣ ਹੈ। ਪਰ ਕਲਯੁਗ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਕਰਮ ਧਰਮ ਨਹੀਂ ਚੱਲਣੇ। ਮੇਰੇ ਸਮੇਂ ਦੇ ਵਿੱਚ ਕਰਮ ਧਰਮਾਂ ਦੀ ਕੋਈ ਬਹੁਤੀ ਅਹਿਮੀਅਤ ਨਹੀਂ ਹੋਵੇਗੀ। ਕਰੋ ਨਾਮ ਕੀ ਵਿਰਧ, ਨਾਮ ਦੀ ਵਡਿਆਈ ਕਰਾਂਗਾ ਮੈਂ, ਤੇ ਨਾਮ ਦੀ ਵਡਿਆਈ ਹੀ ਕਰਵਾਵਾਂਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਠੀਕ ਹੈ, ਪਰ ਤੇਰੇ ਲੱਛਣ ਕੀ ਹੋਣਗੇ? ਕਿਹੋ ਜਿਹਾ ਸਮਾਂ ਆਵੇਗਾ ਤੇਰਾ? ਕਿਸ ਤਰ੍ਹਾਂ ਦਾ ਵਰਤਾਰਾ ਵਰਤਾਏਗਾ ਉਹ ਵੀ ਦੱਸ ਦੇ ਖੋਲ ਕੇ। ਤੂੰ ਜਗ੍ਹਾ ਮੰਗਦਾ ਹੈ, ਕਿਉਂਕਿ ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਚਰਨਾਂ ਦੇ ਵਿੱਚ ਵੀ ਹਾਜ਼ਰ ਹੋਇਆ ਸੀ ਨਾ ਕਲਯੁਗ। ਸੋ ਭਿਆਨਕ ਜਿਹਾ ਰੂਪ ਧਾਰਨ ਕਰਕੇ ਤੇ ਆਖਿਆ ਸੀ ਮਹਾਰਾਜ, ਦੁਨੀਆ ਦੇ ਲੋਕ ਵਿਸ਼ਿਆਂ ਦੇ ਔਰ ਜ਼ੁਬਾਨ ਦੇ ਸਵਾਦ ਦੇ ਵਿੱਚ ਹੀ ਆਪਣਾ ਜਨਮ ਵਿਅਰਥ ਗਵਾਉਣਗੇ। ਇਸ ਤਰ੍ਹਾਂ ਦਾ ਇਹਨੇ ਸਰੂਪ ਧਾਰਨ ਕਰਕੇ ਸਤਿਗੁਰੂ ਸਾਹਮਣੇ ਪ੍ਰਗਟ ਹੋਇਆ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿੱਥੇ ਗੁਰੂ ਕੀ ਸੰਗਤ ਹੋਵੇਗੀ, ਰੱਬ ਦਾ ਨਾਮ ਹੋਵੇਗਾ, ਤੂੰ ਉੱਥੇ ਨਹੀਂ ਜਾਣਾ। ਕਹਿੰਦਾ ਮਹਾਰਾਜ ਮੈਨੂੰ ਥੋੜ੍ਹਾ ਜਿਹਾ ਤਾਂ ਕਿਤੇ ਜਗ੍ਹਾ ਦਿਓ ਨਾ, ਮੇਰੇ ਨਾਲ ਅਨਿਆਂ ਨਾ ਕਰੋ, ਮੈਨੂੰ ਥੋੜ੍ਹੀ ਬਹੁਤੀ ਤਾਂ ਕਿਤੇ ਥਾਂ ਦਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਸੀ, ਕਹਿੰਦੇ ਭਾਈ ਜਦੋਂ ਗੁਰੂ ਕੀ ਸੰਗਤ ਚੱਲ ਰਹੀ ਹੋਏਗੀ ਨਾ, ਸਤਸੰਗ ਹੋ ਰਹੀ ਹੋਵੇਗੀ, ਗੁਰੂ ਕੀ ਸੰਗਤ ਜੁੜੀ ਹੋਏਗੀ ਗੁਰੂ ਕੇ ਬਚਨ ਦੇ ਨਾਲ, ਕਥਾ ਕੀਰਤਨ ਹੋ ਰਿਹਾ ਹੋਵੇਗਾ, ਕਹਿੰਦੇ ਤੂੰ ਜੋੜਿਆਂ ਦੇ ਵਿੱਚ ਠਹਿਰ ਸਕਦਾ, ਇਹ ਤੋਂ ਅੱਗੇ ਜਾਣ ਦਾ ਤੈਨੂੰ ਹੁਕਮ ਨਹੀਂ ਹੈ, ਬਸ ਜੋੜਿਆਂ ਦੇ ਵਿੱਚ। ਕਹਿੰਦਾ ਮਹਾਰਾਜ ਫਿਰ ਵੀ ਥੋੜ੍ਹਾ ਬਹੁਤਾ ਤਾਂ ਮੇਰੇ ਨਾਲ ਇੰਨਾ ਅਨਿਆਂ ਨਾ ਕਰੋ ਨਾ, ਵੀ ਮੈਨੂੰ ਥੋੜ੍ਹੀ ਬਹੁਤੀ ਜਗ੍ਹਾ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਪ੍ਰਸ਼ਾਦ ਵਰਤਿਆ ਕਰੇਗਾ ਨਾ, ਕਹਿੰਦੇ ਉਦੋਂ ਤੂੰ ਛਾਂਦਾ ਲੈਣ ਆ ਸਕਦਾ ਤੇ ਉਨੀ ਪੈਰੀ ਵਾਪਸ ਮੁੜਨਾ ਹੈ। ਤੇ ਹੁਣ ਵੇਖ ਲਓ, ਜਦੋਂ ਦੀਵਾਨ ਸਜਿਆ ਹੁੰਦਾ, ਜਿੰਨੇ ਘੰਟੇ ਮਰਜ਼ੀ ਦੀਵਾਨ ਚੱਲਦਾ ਰਹੇ, ਐਂ ਸ਼ਾਂਤੀ ਬਣੀ ਰਹਿੰਦੀ ਹੈ, ਇਕਾਗਰਤਾ ਬਣੀ ਰਹਿੰਦੀ ਹੈ। ਤੇ ਜਦੋਂ ਵਰਤਣ ਲੱਗਦੀ ਹੈ ਕੜਾਹ ਪ੍ਰਸ਼ਾਦ ਦੀ ਦੇਗ, ਤੇ ਫਿਰ ਗੁਰਮੁਖ ਪਿਆਰਿਓ ਤੁਹਾਨੂੰ ਪਤਾ ਹੀ ਹੈ, ਉਦੋਂ ਕਲਯੁਗ ਆਪਣਾ ਪ੍ਰਭਾਵ ਪਾਉਂਦਾ ਹੈ, ਉਦੋਂ ਹਫੜਾ ਦਫੜੀ ਵੀ ਮੱਚਦੀ ਹੈ। ਫਿਰ ਜੋੜਾ ਘਰ ਦੇ ਵਿੱਚ ਵੀ
ਕਿੰਨੀ ਕਾਹਲੀ ਆਪਾਂ ਕਰਦੇ ਹਾਂ ਜਾ ਕੇ ਵੀ ਛੇਤੀ ਮੈਂ ਜਮ੍ਹਾਂ ਕਰਾ ਦਿਆਂ, ਛੇਤੀ ਉੱਥੋਂ ਕਢਾ ਲਵਾਂ, ਛੇਤੀ ਜਾਵਾਂ, ਛੇਤੀ 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 ਕਰਦਿਆਂ। ਇਹ ਕਲਯੁਗ ਦਾ ਹੀ ਪ੍ਰਭਾਵ ਹੁੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਦੁਬਾਰਾ ਇਹ ਕਲਯੁਗ ਆਇਆ। ਕਹਿੰਦਾ ਮਹਾਰਾਜ ਮੈਨੂੰ ਠੌਰ ਦਿਓ, ਮੈਨੂੰ ਆਪਣੇ ਖਾਲਸਾ ਪੰਥ ਵਿੱਚ ਥੋੜ੍ਹੀ ਜਿਹੀ ਕਿਤੇ ਜਗ੍ਹਾ ਦਿਓ। ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਤੇਰਾ ਇਹ ਖਾਣ ਪੀਣ ਵਾਲਾ ਕੰਮ ਹੈ, ਤੇ ਤੂੰ ਇਸ ਤਰ੍ਹਾਂ ਕਰਿਆ ਕਰ, ਫਿਰ ਜਦੋਂ ਲੰਗਰ ਵਰਤਦਾ ਹੋਵੇ ਨਾ ਜਿੱਥੇ, ਉੱਥੇ ਮਾੜਾ ਜਿਹਾ ਗੇੜਾ ਮਾਰ ਜਾ ਕਰ, ਉੱਥੇ ਆਪਣਾ ਛਾਂਦਾ ਲੈ ਜਾ ਕਰ। ਤੇ ਤੈਨੂੰ ਅੱਗੇ ਗੁਰੂ ਕੀ ਸੰਗਤ ਵਿੱਚ ਆਉਣ ਦਾ ਹੁਕਮ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਨਹੀਂ ਕੀਤਾ ਸੀ, ਤੇ ਹੁਣ ਅਸੀਂ ਵੀ ਨਹੀਂ ਕਰ ਸਕਦੇ। ਤੇ ਇਸੇ ਤਰ੍ਹਾਂ ਕਹਿੰਦੇ ਨਾ ਇਤਿਹਾਸ ਵਿੱਚ ਜ਼ਿਕਰ ਹੈ ਕਿ ਜਦੋਂ ਬਹਾਦਰ ਸ਼ਾਹ ਬਾਦਸ਼ਾਹ ਔਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਖਣ ਦੇ ਵਿੱਚ ਗਏ ਆ ਹਜੂਰ ਸਾਹਿਬ ਦੀ ਧਰਤੀ ਦੇ ਉੱਤੇ, ਤੇ ਉੱਥੇ ਲੰਗਰ ਦੇ ਵਿੱਚ ਬੜੀ ਹਲਚਲ ਹੋਈ, ਬੜਾ ਰੌਲਾ ਰੱਪਾ ਜਿਹਾ ਪਿਆ, ਸਿੰਘ ਆਪਸ ਦੇ ਵਿੱਚ ਲੜੀ ਜਾਣ। ਤੇ ਇਹ ਬਹਾਦਰ ਸ਼ਾਹ ਨੇ ਵੇਖਿਆ ਵੀ ਇਹ ਪੰਜਾਬ ਤੋਂ ਆਪਣੇ ਘਰਾਂ ਤੋਂ ਬਹੁਤ ਦੂਰ ਆਏ ਹੋਏ ਐ, ਤੇ ਖਾਣ ਪੀਣ ਨੂੰ ਪੂਰਾ ਮਿਲਦਾ ਨਹੀਂ ਹੋਣਾ, ਲੰਗਰ ਪੂਰਾ ਆਉਂਦਾ ਨਹੀਂ ਹੋਣਾ, ਰਸਤਾਂ ਬਸਤਾਂ ਪੂਰੀਆਂ ਨਹੀਂ ਹੋਣੀਆਂ, ਤੇ ਇਸ ਕਰਕੇ ਖਾਣ ਪੀਣ ਪਿੱਛੇ ਲੜਦੇ ਹੋਣੇ ਆ। ਉਹਨੇ ਹੁਕਮ ਕਰ ਦਿੱਤਾ ਆਪਣੇ ਸੈਨਾਪਤੀਆਂ ਨੂੰ, ਆਪਣੇ ਵਜ਼ੀਰਾਂ ਨੂੰ, ਕਹਿੰਦਾ ਵੀ ਗੁਰੂ ਕੇ ਲੰਗਰ ਦੇ ਵਿੱਚ ਖੁੱਲ੍ਹੀਆਂ ਰਸਤਾਂ ਬਸਤਾਂ ਸੁੱਟ ਦਿਓ। ਦੂਜਾ ਦਿਨ ਹੋਇਆ, ਫਿਰ ਉਹੀ ਵਰਤਾਰਾ ਹੋਇਆ, ਸਿੰਘ ਆਪਸ ਵਿੱਚ ਲੜੀ ਜਾਣ। ਜਦ ਤੀਜਾ ਦਿਨ ਹੋਇਆ, ਕਹਿਣ ਲੱਗਾ ਵੀ ਅੱਜ ਹੋਰ ਬਹੁਤ ਮਾਤਰਾ ਦੇ ਵਿੱਚ ਰਸਤਾਂ ਬਸਤਾਂ ਗੁਰੂ ਕੇ ਲੰਗਰਾਂ ਵਿੱਚ ਭੇਜੀਆਂ ਜਾਣ, ਸ਼ਾਇਦ ਪੂਰਾ ਨਹੀਂ ਆਇਆ ਜੋ ਆਪਾਂ ਰਾਸ਼ਨ ਭੇਜਿਆ। ਜਦ ਤੀਜੇ ਦਿਨ ਬਹੁਤ ਭੇਜਤਾ ਤਾਂ ਫਿਰ ਉਹੀ ਰੌਲਾ ਰੱਪਾ। ਤੇ ਨੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਕੋਲੇ ਆਖਿਆ, ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਇਹ ਕੀ ਕਲਾ ਵਰਤ ਰਹੀ ਹੈ, ਕੀ ਭਾਣਾ ਵਰਤ ਰਿਹਾ ਹੈ। ਮੈਂ ਤਾਂ ਇਹ ਸੋਚਿਆ ਸੀ ਵੀ ਸ਼ਾਇਦ ਲੰਗਰ ਪਾਣੀ ਦੇ ਵਿੱਚ ਰਸਤਾਂ ਬਸਤਾਂ ਘੱਟ ਹੋਣਗੀਆਂ, ਇਸ ਕਰਕੇ ਸਿੰਘ ਆਪਸ ਵਿੱਚ ਲੜੀ ਜਾਂਦੇ ਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ, ਇਹਦਾ ਹੱਲ ਅਸੀਂ ਕੱਲ੍ਹ ਨੂੰ ਦੇਖੀ, ਕਹਿੰਦੇ ਕੱਲ੍ਹ ਨੂੰ ਕਰ ਦੇਵਾਂਗੇ। ਦੂਜੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਹੁਕਮ ਕਰ ਦਿੱਤਾ, ਕਹਿੰਦੇ ਭਾਈ ਅੱਜ ਗੁਰੂ ਕਾ ਲੰਗਰ ਮਸਤਾਨਾ ਰਹੇਗਾ, ਕੋਈ ਨਹੀਂ ਛਕੇਗਾ, ਨਾ ਲੰਗਰ ਤਿਆਰ ਹੋਵੇਗਾ। ਤੇ ਹੁਣ ਸਿੰਘ ਉਹਨਾਂ ਸਾਰਿਆਂ ਨੇ ਸਮਾਧੀਆਂ ਲਾ ਲਈਆਂ, ਕੋਈ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ। ਬਹਾਦਰ ਸ਼ਾਹ ਆ ਕੇ ਵਹਿੰਦਾ ਹੈ ਵੀ ਕੱਲ੍ਹ ਜਿਹੜੇ ਆਪਸ ਦੇ ਵਿੱਚ ਐਂ ਲੜਦੇ ਸੀ, ਤੇ ਅੱਜ ਇਹ ਤਾਂ ਬੜੇ ਭਗਤ ਬਣੇ ਬੈਠੇ ਆ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਜਪਜੀ ਸਾਹਿਬ ਦਾ, ਕੋਈ ਆਸਾ ਦੀ ਵਾਰ ਗਾਈ ਜਾ ਰਿਹਾ, ਕਿਤੇ 5-4 ਸਿੰਘ ਮਿਲ ਕੇ ਇਕੱਠੇ ਬੈਠੇ ਗੁਰੂ ਕੀਆਂ ਸਾਖੀਆਂ ਦੀ ਵਿਚਾਰ ਕਰ ਰਹੇ ਹੈ। ਤੇ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਵੀ ਇਹ ਕੀ ਕੌਤਕ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕਲਯੁਗ ਦਾ ਪ੍ਰਭਾਵ ਹੈ, ਕਿਉਂਕਿ ਉਹਨੂੰ ਅਸੀਂ ਜਗ੍ਹਾ ਦਿੱਤੀ ਹੋਈ ਹੈ ਵੀ ਗੁਰੂ ਕੇ ਲੰਗਰ ਵਿੱਚ ਗੇੜਾ ਮਾਰ ਦਿਆ ਕਰ। ਕਹਿੰਦੇ ਉਹਦਾ ਕਰਕੇ ਸੀ ਇਹ, ਕਹਿੰਦੇ ਉਹ ਹੋਰ ਬਾਕੀ ਕੋਈ ਨਹੀਂ, ਖਾਲਸਾ ਪੰਥ ਇਕਜੁੱਟ ਹੈ, ਇਹਨਾਂ ਵਿੱਚ ਕੋਈ ਐਸੀ ਦਵਾਇਸ਼ ਵਾਲੀ ਗੱਲ ਨਹੀਂ। ਸੋ ਇਸ ਪ੍ਰਕਾਰ ਕਲਯੁਗ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਹੈ ਕਿ ਮਹਾਰਾਜ ਮੈਨੂੰ ਆਪਣੇ ਖਾਲਸਾ ਪੰਥ ਵਿੱਚ ਥੋੜ੍ਹੀ ਜਿਹੀ ਜਗ੍ਹਾ ਬਖਸ਼ ਦਿਓ ਕਿਤੇ। ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਪਹਿਲਾਂ ਤੂੰ ਆਪਣਾ ਚਿਹਨ ਚੱਕਰ ਦੱਸ ਵੀ ਤੇਰੇ ਲੱਛਣ ਕੀ ਹੋਣਗੇ, ਤੂੰ ਕਰੇ ਕਰਾਵੇਂਗਾ ਕੀ। ਤਾਂ ਕਹਿਣ ਲੱਗਾ ਕਿ ਕਲ ਹੈ ਕਰਾਵੋਂ ਬਾਪ ਸੁੱਤ ਨਾਰ ਪੁਰਖ ਕੋ ਜੁੱਧ। ਕਹਿੰਦਾ ਜਦੋਂ ਮੇਰਾ ਪ੍ਰਭਾਵ ਵਰਤੇਗਾ ਨਾ, ਕਹਿੰਦੇ ਮੈਂ ਬਾਪ ਅਤੇ ਸੁੱਤ, ਪੁੱਤਰ ਤੇ ਪਿਓ ਦੀ ਆਪਸ ਵਿੱਚ ਲੜਾਈ ਕਰਵਾ ਦਿਆ ਕਰਾਂਗਾ। ਤੇ ਇਸੇ ਤਰ੍ਹਾਂ ਕਹਿੰਦਾ ਨਾਰ ਪੁਰਖ ਕੋ ਯੁੱਧ, ਨਾਰੀ ਦਾ ਤੇ ਪੁਰਖ ਦਾ, ਇਸਤਰੀ ਦਾ ਤੇ ਉਹਦੇ ਘਰ ਵਾਲੇ ਦਾ ਯੁੱਧ ਕਰਵਾ ਦਿਆ ਕਰਾਂਗਾ ਜਦੋਂ ਮੇਰਾ ਪ੍ਰਭਾਵ ਹੋਇਆ ਕਰੇਗਾ। ਕਹਿੰਦਾ ਉਹਨਾਂ ਨੂੰ ਛਿੱਤਰੋ ਛਿੱਤਰੀ ਕਰਾਵਾਂਗਾ। ਕਹਿੰਦੇ ਜਦੋਂ ਮੇਰਾ ਪ੍ਰਭਾਵ ਵਰਤੂਗਾ ਕਲਯੁਗ, ਕਹਿਣ ਲੱਗਾ ਕਿ ਉਸ ਵੇਲੇ ਮਨੁੱਖ ਆ ਨਾ ਜਿਹੜਾ ਆਦਮੀ ਹੈ, ਕਹਿੰਦੇ ਆਪਣੀ ਮਾਈ ਨੂੰ ਵੀ ਛੱਡ ਦੂ, ਭੈਣ ਨੂੰ ਵੀ ਛੱਡ ਦੂ, ਪਾਲੈ ਗ੍ਰਹਿਣ ਸੁੱਧ। ਸ਼ੁੱਧ ਨਾਮ ਹੈ ਨਰੋਲ ਦਾ। ਕਹਿੰਦੇ ਨਰੋਲ ਆਪਣੀ ਗ੍ਰਹਿਣੀ ਜਿਹੜੀ ਘਰ ਵਾਲੀ ਹੈ ਉਹਦੇ ਬਚਨ, ਉਹਦੀ ਗੱਲ ਮੰਨਣ ਲੱਗ ਪਵੇਗਾ। ਇਸ ਪ੍ਰਕਾਰ ਕਹਿੰਦੇ ਐਸਾ ਮੇਰਾ ਵਰਤਾਰਾ ਵਰਤੇਗਾ ਕਿ ਸੁੱਤ ਨਾਰੀ, ਪੁੱਤਰ ਦੀ ਨਾਰੀ ਭਾਵ ਨੂੰਹ ਹੈ, ਨੂੰਹ ਸਹੁਰਾ, ਅਤੇ ਇਸੇ ਪ੍ਰਕਾਰ ਸਾਸੂ ਜਮਾਤ, ਸੱਸ ਅਤੇ ਜਵਾਈ ਅਨੈਤਿਕ ਸੰਬੰਧ ਸਥਾਪਿਤ ਕਰਨਗੇ। ਇਸੇ ਤਰ੍ਹਾਂ ਜਿਹੜੇ ਦਾਸ ਨੌਕਰ ਚਾਕਰ ਹੋਣਗੇ ਉਹ ਆਪਣੇ ਰਾਜਿਆਂ ਦੀਆਂ ਰਾਣੀਆਂ ਉੱਪਰ ਮੈਲੀ ਅੱਖ ਰੱਖਣਗੇ। ਵਿਪਰਨ ਉਪਜੈ ਸ਼ਾਂਤ, ਵਿਪਰ ਨਾ ਉਪਜੈ ਸ਼ਾਂਤ। ਤੇ ਜਿਹੜੇ ਵਿਪਰ ਹੋਣਗੇ, ਬ੍ਰਾਹਮਣ ਹੋਣਗੇ, ਵੇਦਾਂ ਦੇ ਗਿਆਤਾ ਕਹਾਉਣਗੇ, ਉਹ ਨਾਮ ਦੇ ਸ਼ਾਂਤੀ ਨਾਥ ਹੋਣਗੇ, ਮਨ ਵਿੱਚ ਉਹਨਾਂ ਦੇ ਸ਼ਾਂਤੀ ਨਹੀਂ ਆਵੇਗੀ। ਨਾਂ ਦੇ ਸ਼ਾਂਤੀ ਨਾਥ ਹੋਣਗੇ। ਜਿਵੇਂ ਕਿਸੇ ਕੋਈ ਸਾਧੂ ਸੀ ਤੇ ਉਹ ਬੈਠਾ ਸੀ ਤਪੱਸਿਆ ਕਰਨ ਵਾਲਾ, ਬੜੇ ਲੋਕ ਉਹਦੇ ਕੋਲੇ ਜਾਇਆ ਕਰਨ ਵੀ ਸ਼ਾਂਤੀ ਨਾਥ ਪੀਰ ਬੈਠਾ ਹੈ।
ਤੇ ਕੋਈ ਇੱਕ ਹੈਗਾ ਸੀ ਪਾਰਖੂ ਬੰਦਾ, ਜਾਣਦਾ ਸੀ ਵੀ ਇਹ ਐਡਾ ਸ਼ਾਂਤੀ ਦਾ ਮਸੀਹਾ ਕਿੱਧਰੋਂ ਆ ਗਿਆ। ਕੱਲ ਤਾਂ ਇਹ ਸਾਡੇ ਨਾਲ ਹੀ ਇੱਥੇ ਤੁਰਿਆ ਫਿਰਦਾ ਹੁੰਦਾ ਸੀ ਵੀ ਇਹਨੇ ਬੜਾ ਪਖੰਡ ਫੜਿਆ, ਬੜੇ ਲੋਕ ਪਿੱਛੇ ਲਾਏ ਆ। ਉਹ ਜਾ ਕੇ ਉਹਦੇ ਕੋਲ ਜਾ ਬੈਠਾ, ਕਹਿਣ ਲੱਗਾ ਮਹਾਂਪੁਰਖੋ ਤੁਹਾਡਾ ਨਾਂ ਕੀ ਹੈ? ਕਹਿਣ ਲੱਗਾ ਮੇਰਾ ਨਾਮ ਸ਼ਾਂਤੀਨਾਥ ਹੈ। ਸ਼ਾਂਤੀਨਾਥ ਹੈ ਕਹਿੰਦਾ ਮੇਰਾ ਨਾਂ। ਉਹ ਬਚਨ ਸੁਣ ਕੇ ਥੋੜ੍ਹਾ ਜਿਹਾ ਚਿਰ ਬੈਠਾ ਰਿਹਾ। ਜਦੋਂ ਆਸੇ-ਪਾਸੇ ਹੋਰ ਸੰਗਤਾਂ ਨਾਲ ਗੱਲਬਾਤ ਕਰਦਾ ਰਿਹਾ ਤੇ 10 ਕੁ ਮਿੰਟਾਂ ਬਾਅਦ ਫਿਰ ਕਹਿੰਦਾ ਮਹਾਂਪੁਰਖੋ ਮੈਂ ਭੁੱਲ ਗਿਆ, ਚੇਤਾ ਨਹੀਂ ਰਿਹਾ ਵੀ ਤੁਹਾਡਾ ਨਾਂ ਕੀ ਹੈ। ਕਹਿੰਦਾ ਜੀ ਮੇਰਾ ਨਾਂ ਸ਼ਾਂਤੀਨਾਥ ਹੈ। ਚਲੋ ਸਮਾਂ ਥੋੜ੍ਹਾ ਜਿਹਾ ਫੇਰ ਲੰਘਿਆ। ਥੋੜ੍ਹੇ ਜਿਹੇ ਸਮੇਂ ਬਾਅਦ ਫਿਰ ਕਹਿੰਦਾ ਜੀ ਮੇਰੀ ਬੁੱਧੀ ਇੰਨੀ ਕੰਮ ਨਹੀਂ ਕਰਦੀ, ਆਪ ਜੀ ਇੱਕ ਵਾਰੀ ਹੋਰ ਕਿਰਪਾ ਕਰ ਦਿਓ, ਤੁਹਾਡਾ ਨਾਂ ਕੀ ਹੈ? ਉਹ ਕਹਿੰਦਾ ਪਹਿਲਾਂ ਤੈਨੂੰ 2 ਵਾਰੀ ਦੱਸ ਦਿੱਤਾ ਵੀ ਮੇਰਾ ਨਾਂ ਸ਼ਾਂਤੀਨਾਥ ਹੈ, ਹੁਣ ਨਾ ਪੁੱਛੀ। ਉਹ ਕਹਿੰਦਾ ਜੀ ਚਲੋ ਠੀਕ ਹੈ, ਹੁਣ ਨਹੀਂ ਪੁੱਛਦਾ, ਹੁਣ ਮੈਂ ਯਾਦ ਰੱਖੂੰਗਾ ਵੀ ਤੁਹਾਡਾ ਨਾਂ ਸ਼ਾਂਤੀਨਾਥ ਹੈ। ਇਸੇ ਤਰ੍ਹਾਂ ਅੱਧਾ ਕੁ ਘੰਟਾ ਬੈਠਿਆ ਜਦੋਂ ਬੀਤਿਆ ਨਾ, ਤੇ ਚੌਥੀ ਪੰਜਵੀਂ ਵਾਰ ਫੇਰ ਕਹਿੰਦਾ ਮਹਾਂਪੁਰਖੋ ਬਸ ਮੈਂ ਹੁਣ ਜਾਣ ਹੀ ਲੱਗਿਆ ਤੇ ਗੁੱਸਾ ਨਾ ਕਰਿਓ, ਇੱਕ ਵਾਰੀ ਮੈਨੂੰ ਆਪਣਾ ਨਾਂ ਦੱਸ ਦਿਓ ਵੀ ਤੁਹਾਡਾ ਨਾਂ ਕੀ ਹੈ। ਉਹ ਕਹਿੰਦਾ ਮੈਂ ਤੈਨੂੰ ਕਿੰਨੇ ਵਾਰੀ ਦੱਸਤਾ ਵੀ ਮੇਰਾ ਨਾਂ ਸ਼ਾਂਤੀਨਾਥ ਹੈ, ਸ਼ਾਂਤੀਨਾਥ ਹੈ। ਜਿਉਂ ਚੁੱਕੀ ਸੋਟੀ ਤੇ ਉਹਦੇ ਪਿੱਛੇ ਹੋ ਕੇ ਭੱਜ ਲਿਆ। ਉਹ ਕਹਿੰਦਾ ਮਹਾਰਾਜ ਨਾਂ ਤਾਂ ਤੁਹਾਡਾ ਸ਼ਾਂਤੀਨਾਥ ਹੈ, ਪਰ ਹੈਗੇ ਤੁਸੀਂ ਭਾਂਬੜਨਾਥ ਹੋ। ਕਹਿੰਦਾ ਮਨ ਦੇ ਵਿੱਚ ਸ਼ਾਂਤੀ ਸ਼ੂੰਤੀ ਕੋਈ ਨਹੀਂ। ਤੇ ਇਸੇ ਪ੍ਰਕਾਰ ਇਹ ਕਲਯੁਗ ਬਚਨ ਕਰ ਰਿਹਾ। ਕਹਿੰਦਾ ਵਿਪਰ ਨਾ ਉਪਜੈ ਸ਼ਾਂਤ। ਕਹਿੰਦਾ ਕਲਯੁਗ ਦਾ ਪ੍ਰਭਾਵ ਜਦੋਂ ਮੇਰਾ ਪਵੇਗਾ ਨਾ, ਵੱਡੇ ਵੱਡੇ ਧਾਰਮਿਕ ਹੋਣ ਵਾਲੇ ਜਿਹੜੇ ਵਿਪਰ ਹੋਣਗੇ, ਬ੍ਰਾਹਮਣ ਹੋਣਗੇ, ਓਮ ਸ਼ਾਂਤੀ ਨਮੋ ਕਰਨਗੇ, ਪਰ ਸ਼ਾਂਤੀ ਅਸਲ ਵਿੱਚ ਪ੍ਰਾਪਤ ਨਹੀਂ ਹੋਵੇਗੀ। ਹਾਂ ਕਹਿੰਦੇ ਪਹਿਲਾਂ ਲੋਕ ਬ੍ਰਾਹਮਣਾਂ ਨੂੰ ਨਿਉਂਦਾ ਦਿੰਦੇ ਸੀ, ਘਰ ਸੱਦਦੇ ਸੀ। ਕਹਿੰਦੇ ਹੁਣ ਕਲਯੁਗ ਦੇ ਸਮੇਂ ਵਿੱਚ ਕੀ ਹੋਏਗਾ ਕਿ ਜਿਨ੍ਹਾਂ ਨੂੰ ਨੀਚ ਜਾਤੀ ਵਾਲੇ ਗਿਣਿਆ ਜਾਂਦਾ, ਸ਼ੂਦਰ ਗਿਣਦੇ ਆ ਨਾ ਇਹ ਬ੍ਰਾਹਮਣ, ਉਹਨਾਂ ਨੂੰ ਨਿਉਂਦਾ ਦੇਣਗੇ ਲੋਕ, ਉਹ ਜਾ ਕੇ ਛਕਣਗੇ ਲੋਕਾਂ ਦੇ ਘਰੋਂ ਭੋਜਨ ਪ੍ਰਸ਼ਾਦਾ। ਤੇ ਵਿਪਰਹ ਦੇ ਤਿਤਕਾਰ, ਵਿਪਰਾਂ ਨੂੰ ਧਰਕਾਰਾਂ ਪੈਣਗੀਆਂ, ਬ੍ਰਾਹਮਣਾਂ ਨੂੰ ਕਹਿਣਗੇ ਵੀ ਤੁਸੀਂ 3 ਯੁੱਗਾਂ ਦੇ ਵਿੱਚ ਬਹੁਤ ਖਾ ਪੀ ਲਿਆ, ਹੁਣ ਚੌਥਾ ਕਲਯੁਗ ਦਾ ਯੁੱਗ ਹੈ, ਹੁਣ ਸਾਡੀ ਵਾਰੀ ਹੈ। ਇਸ ਤਰ੍ਹਾਂ ਕਹਿੰਦੇ ਉਹ ਵਿਪਰਾਂ ਨੂੰ ਟਿੱਚ ਮਾਤਰ ਜਾਣਨਗੇ। ਹਾਂ ਬਹੁਤ ਵਿਕਾਰ ਸੰਸਾਰ ਦੇ ਵਿੱਚ ਵੱਧ ਜਾਣਗੇ ਤੇ ਕੋਈ ਪਰ ਉਪਕਾਰ ਦੀ ਗੱਲ ਕਿਸੇ ਨੂੰ ਸੁਝੇਗੀ ਨਹੀਂ, ਕੋਈ ਪਰ ਉਪਕਾਰ ਨਹੀਂ ਕਰੇਗਾ। ਇਸ ਪ੍ਰਕਾਰ ਕਹਿੰਦੇ ਜਿਹੜੀ ਇਸਤਰੀ, ਜਿਹੜੀ ਔਰਤ ਪੁੱਤਰਾਂ ਨੂੰ ਜਨਮ ਦੇਵੇਗੀ ਨਾ ਕਲਯੁਗ ਦੇ ਵਿੱਚ, ਉਹਨੂੰ ਤਾਂ ਕਹਿਣਗੇ ਨਾਰੀ ਭਲੀ, ਇਹ ਤਾਂ ਬਹੁਤ ਚੰਗੀ ਹੈ ਸਾਡੀ ਨੂੰਹ ਰਾਣੀ, ਉਹਦਾ ਬੜਾ ਆਦਰ ਸਤਿਕਾਰ ਹੋਵੇਗਾ। ਤੇ ਕੰਨਿਆ ਜਨਨੀ ਦੂਰ, ਜਿਹੜੀ ਕੰਨਿਆ ਨੂੰ ਜਨਮ ਦੇਵੇਗੀ, ਬੇਟੀਆਂ ਨੂੰ ਜਨਮ ਦੇਵੇਗੀ, ਉਹਨੂੰ ਦੂਰ ਕਰਕੇ ਰੱਖਣਗੇ, ਉਹਨੂੰ ਦੂਰ ਭਜਾ ਦੇਣਗੇ, ਘਰੋਂ ਮਾਰ ਕੁੱਟ ਕੇ ਕੱਢ ਦੇਣਗੇ, ਉਹਦੇ ਨਾਲ ਝਗੜਾ ਰਹੇਗਾ। ਹਾਂ ਕਹਿੰਦੇ ਪਿਓ ਦਾ ਫਰਜ਼ ਹੁੰਦਾ ਪੁੱਤਰ ਨੂੰ ਸਮਝਾਉਣ ਦਾ, ਪਰ ਕਲਯੁਗ ਵਿੱਚ ਹੋਏਗਾ ਉਲਟਾ। ਪਿਓ ਗਲਤ ਕੰਮ ਕਰੇਗਾ ਤੇ ਪੁੱਤਰ ਉਹਨੂੰ ਆ ਕੇ ਸਿੱਖਿਆ ਦੇਵੇਗਾ, ਪੁੱਤਰ ਸਮਝਾਵੇਗਾ ਬਾਪ ਨੂੰ। ਤੇ ਨੂੰਹ ਕਹੈ ਸਾਸੂ ਕੂਰ, ਨੂੰਹ ਆਖੇਗੀ, ਸੱਸ ਕਹੇਗੀ ਕਿ ਮੇਰੀ ਨੂੰਹ ਮਾੜੀ ਹੈ, ਇਹ ਮੇਰੇ ਆਖੇ ਨਹੀਂ ਲੱਗਦੀ, ਮੇਰੇ ਕਹਿਣੇ ਵਿੱਚ ਨਹੀਂ, ਇਹ ਚੰਗੀ ਤਰ੍ਹਾਂ ਕੰਮਕਾਰ ਨਹੀਂ ਕਰਦੀ। ਆਪਾਂ ਵੇਖਦੇ ਹੀ ਹਾਂ ਵਰਤਾਰਾ ਵਰਤਦਾ। ਤੇ ਇਸੇ ਤਰ੍ਹਾਂ ਕਹਿੰਦੇ ਜਿਹੜੀ ਨੂੰਹ ਹੈ ਉਹ ਕਹੇਗੀ ਮੇਰੀ ਸਾਸੂ ਕੂੜ, ਇਹ ਕਹਿੰਦੀ ਝੂਠੀ ਹੈ, ਇਹ ਝੂਠ ਬੋਲਦੀ ਹੈ, ਐਵੇਂ ਝੂਠ ਬੋਲ ਬੋਲ ਕੇ ਮੇਰੇ ਪਤੀ ਕੋਲੇ ਗੱਲਾਂ ਕਰਕੇ ਤੇ ਐਵੇਂ ਮੇਰੇ ਕੁੱਟ ਪਵਾਉਣ ਦਾ ਪ੍ਰਬੰਧ ਕਰਦੀ ਰਹਿੰਦੀ ਹੈ। ਕਹਿੰਦੇ ਇਸ ਪ੍ਰਕਾਰ ਆਪਸ ਦੇ ਵਿੱਚ ਉਹਨਾਂ ਦਾ ਝਗੜਾ ਰਹੇਗਾ। ਸੱਸ ਕਹੇਗੀ ਕਿ ਨੂੰਹ ਮਾੜੀ ਹੈ, ਨੂੰਹ ਕਹੇਗੀ ਕਿ ਸੱਸ ਮਾੜੀ ਹੈ, ਤੇ ਸੱਸ ਕਹੇਗੀ ਕਿ ਮੇਰਾ ਵੀ ਉਮਰ ਦਾ ਤਜਰਬਾ, ਕਿਉਂਕਿ ਸਾਸ ਵੀ ਕभी ਬਹੂ ਥੀ। ਦੇਖਦੇ ਹੀ ਆ ਨਾ ਤੁਸੀਂ ਟੀਵੀ ਦੇ ਵਿੱਚ। ਤੇ ਕਹਿੰਦੇ ਇਸ ਪ੍ਰਕਾਰ ਕਹਿੰਦੇ ਨੂੰਹ ਸੱਸ ਦਾ ਆਪਸ ਵਿੱਚ ਝਗੜਾ ਰਿਹਾ ਕਰੇਗਾ। ਕਹਿੰਦੇ ਜਿਹੜੇ ਸਿੱਖ ਹੋਣਗੇ, ਚੇਲੇ ਹੋਣਗੇ, ਆਪਣੇ ਉਸਤਾਦਾਂ ਨੂੰ, ਆਪਣੇ ਗੁਰੂਆਂ ਨੂੰ ਸਿੱਖਿਆ ਦੇਣ ਲੱਗ ਪੈਣਗੇ। ਸਿੱਖਿਆ ਤਾਂ ਉਸਤਾਦ ਨੇ ਦੇਣੀ ਹੁੰਦੀ ਹੈ ਚੇਲਿਆਂ ਨੂੰ, ਪਰ ਚੇਲੇ ਕਹਿਣਗੇ ਨਹੀਂ ਉਸਤਾਦ ਜੀ ਇਸ ਤਰ੍ਹਾਂ ਨਾ ਕਰੋ, ਦੁਨੀਆ ਦੇ ਲੋਕਾਂ ਨੂੰ ਆਪਾਂ ਇਸ ਤਰੀਕੇ ਨਾਲ ਖੁਸ਼ ਰੱਖ ਸਕਦੇ ਹਾਂ, ਐਵੇਂ ਬਹੁਤੀ ਮਰਿਆਦਾ ਨਾ ਦੱਸਿਆ ਕਰੋ ਇਹਨਾਂ ਨੂੰ, ਕਿਉਂਕਿ ਤੁਹਾਡੇ ਬਚਨ ਹੁੰਦੇ ਆ ਥੋੜ੍ਹੇ ਜਿਹੇ ਕਰੜੇ। ਜਦੋਂ ਤੁਸੀਂ ਗੁਰੂ ਦੀ ਗੱਲ, ਮਰਿਆਦਾ ਦੀ ਗੱਲ ਕਰਦੇ ਹੋ ਤੇ ਲੋਕ ਕਰਦੇ ਆ ਗੁੱਸਾ, ਤੇ ਲੋਕਾਂ ਨੂੰ ਆਪਾਂ ਗੁੱਸੇ ਨਾ ਕਰੀਏ। ਗੁਰੂ ਨੇ ਚੇਲੇ ਨੂੰ ਸਮਝਾਉਣਾ ਹੁੰਦਾ, ਚੇਲਾ ਗੁਰੂਆਂ ਨੂੰ ਸਮਝਾਇਆ ਕਰੇਗਾ, ਸਿੱਖਿਆ ਦਿਆ ਕਰੇਗਾ। ਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇਹ ਜਿਹੜਾ ਕਲਯੁਗ ਹੈ
ਬਚਨ ਕਰ ਰਿਹਾ ਹੈ ਕਿ ਜਿਹੜਾ ਚੇਲਾ ਹੈ ਉਹ ਗੁਰੂ ਨੂੰ ਸਮਝਾਵੇਗਾ ਤੇ ਅੰਨ ਅਪਾਵਨ ਖਾਏ। ਸਾਰੀ ਦੁਨੀਆ ਦੇ ਲੋਕ ਪਾਵਨ, ਜਿਹੜਾ ਪਾਵਨ ਨਹੀਂ ਹੈ, ਪਵਿੱਤਰ ਨਹੀਂ ਹੈ, ਝੂਠਾ ਅੰਨ ਖਾਣਗੇ। ਝੂਠਾ ਹੀ ਛਕਦੇ ਹਨ ਆਪਾਂ ਸਾਰੇ। ਵਿਆਹਾਂ ਸ਼ਾਦੀਆਂ 'ਤੇ ਦੇਖ ਲਓ, ਜਿੱਥੇ ਮਰਜ਼ੀ ਉਹ ਜਿਹੜੀਆਂ ਪਲੇਟਾਂ ਜਾਂ ਨੂੰ ਉਹ ਮਾੜੀਆਂ ਜਾਂ ਪਾਣੀ ਜਿਹਦੇ ਵਿੱਚ ਕੱਢ ਕੇ ਤੇ ਉਵੇਂ ਛਕਾਈ ਜਾਂਦੇ ਆ ਸਾਰੇ। ਤੇ ਜਿੱਥੇ ਮਰਜ਼ੀ ਚਲੇ ਜਾਓ, ਸੁੱਚਾ ਤਾਂ ਬਹੁਤ ਘੱਟ ਜਗ੍ਹਾ ਦੇ ਉੱਤੇ, ਜਿੰਨਾ ਮਰਜ਼ੀ ਆਪਣੇ ਤੌਰ 'ਤੇ ਆਪਾਂ ਪ੍ਰਬੰਧ ਕੋਈ ਕਰ ਲਈਏ ਤੇ ਨਹੀਂ ਤੇ ਗੁਰਮੁਖ ਪਿਆਰਿਓ ਅੱਜ ਸੁੱਚਾ ਕੀ ਹੈ, ਹਰ ਇੱਕ ਚੀਜ਼ ਝੂਠੀ ਮਿਲਦੀ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦੇ ਹੱਥ ਲੱਗ, ਕਿਉਂਕਿ ਆਪਣੇ ਲੋਕ ਤਾਂ ਕੰਮ ਕਰਕੇ ਰਾਜੀ ਨਹੀਂ ਤੇ ਉਹ ਫਿਰ ਤੰਬਾਕੂ ਵਗੈਰਾ ਵਰਤਣ ਵਾਲੇ, ਉਹਨਾਂ ਨੇ ਥਾਂ ਰੇਹੜੀਆਂ ਲਾਈਆਂ ਹੁੰਦੀਆਂ, ਫਰੂਟ ਲੈਣ ਚਲੇ ਜਾਓ ਉਹਨਾਂ ਤੋਂ ਹੀ ਲੈਣਾ ਪਏਗਾ। ਕੋਈ ਇਸੇ ਤਰ੍ਹਾਂ ਹੋਰ ਜਿਹੜੀ ਵੀ ਵਸਤੂ ਆਪਾਂ ਵਰਤਣ ਵਾਲੀ ਦੁਕਾਨਦਾਰਾਂ ਕੋਲ ਲੈਣ ਜਾਵਾਂਗੇ ਤੇ ਸੁੱਚਾ ਲੱਭੀਏ ਕਿੱਥੋਂ। ਤੇ ਕਲਯੁਗ ਕਹਿੰਦਾ ਮਹਾਰਾਜ ਕਲਯੁਗ ਦੇ ਸਮੇਂ ਵਿੱਚ, ਮੇਰੇ ਸਮੇਂ ਵਿੱਚ ਸਾਰੇ ਲੋਕ ਜਿਹੜੇ ਆਪਵਿੱਤਰ ਝੂਠਾ ਅੰਨ ਹੀ ਛਕਣਗੇ। ਹਾਂ ਕਹਿੰਦੇ ਨਹਾਣ ਤਜੈ, ਨਹਾਉਣਾ ਛੱਡ ਦੇਣਗੇ ਲੋਕ ਕਲਯੁਗ ਦੇ ਪ੍ਰਭਾਵ ਦੇ ਕਾਰਨ। ਕਿਆ ਕਰਨਗੇ? ਕਾਇਆ ਦੁਖੀ, ਸਾਡਾ ਤਾਂ ਸਰੀਰ ਦੁਖੀ ਹੁੰਦਾ ਜੇ ਅਸੀਂ ਨਹਾਉਂਦੇ ਹਾਂ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਗੱਲ ਕਰੋ, ਕਹਿਣਗੇ ਜੀ ਸਵੇਰੇ ਸਵੇਰੇ ਸਰੀਰ ਕੰਮ ਨਹੀਂ ਕਰਦਾ, ਪਹਿਲਾਂ ਚਾਹ ਪਾਣੀ ਛਕ ਲਈਏ ਫਿਰ ਦੇਖਾਂਗੇ, ਫਿਰ ਕਹਿੰਦੇ ਘਰ ਦੇ ਕੰਮ ਨਿਬੇੜ ਲਈਏ, ਫਿਰ ਇਸ਼ਨਾਨ। ਇੱਦਾਂ ਹੀ ਕਰਦਿਆਂ ਸਾਰਾ ਦਿਨ ਲੰਘ ਜਾਇਆ ਕਰੇਗਾ। ਕਲਯੁਗ ਕਹਿੰਦਾ ਨਹਾਉਣਾ ਛੱਡ ਦੇਣਗੇ ਲੋਕ। ਆਖਣਗੇ ਸਰੀਰ ਨੂੰ ਠੰਡ ਲੱਗਦੀ ਹੈ ਜਾਂ ਗਰਮੀ ਲੱਗਦੀ ਹੈ, ਸਰੀਰ ਠੀਕ ਨਹੀਂ, ਢਿੱਲਾ ਮੱਠਾ ਹੈ। ਇਸ ਪ੍ਰਕਾਰ ਕਹਿੰਦੇ ਨਹਾਉਣਾ ਛੱਡ ਦੇਣਗੇ ਕਿ ਸਰੀਰ ਦੁਖੀ ਹੁੰਦਾ, ਸਰੀਰ ਨੂੰ ਦੁੱਖ ਦੇ ਕੇ ਕਸ਼ਟ ਦੇ ਕੇ ਰਾਜੀ ਨਹੀਂ ਹੋਣਗੇ। ਤੇ ਖਾਵੇਂ ਬਹੁ ਰੁਚ ਭਾਏ, ਤੇ ਕਹਿੰਦੇ ਬਹੁਤਾ ਹੀ ਖਾਇਆ ਕਰਨਗੇ ਰੁਚੀ ਦੇ ਨਾਲ। ਬੜਾ ਖਾਣ ਪੀਣ ਦੇ ਵਿੱਚ ਹੀ ਉਹਨਾਂ ਦੀ ਰੁਚੀ ਪ੍ਰੀਤੀ ਹੋਵੇਗੀ ਤੇ ਭਾਏ ਬਹੁਤ ਜ਼ਿਆਦਾ ਕਹਿੰਦੇ ਖਾਇਆ ਕਰਨਗੇ, ਲੋੜ ਤੋਂ ਵੱਧ। ਅੱਜ ਦੇਖੋ ਕਿੰਨੇ ਫਾਸਟ ਫੂਡ ਵਗੈਰਾ ਤੇ ਕਿੰਨਾ ਆਪਾਂ ਲੋੜ ਤੋਂ ਵੱਧ ਹੀ ਲਾਲਚ ਕਰਕੇ ਛਕ ਹੀ ਜਾਂਦੇ ਆ ਵੀ ਸਵਾਦ ਆ, ਸਵਾਦ ਦੇ ਵਿੱਚ ਕਹਿੰਦੇ ਕਲਯੁਗ ਦੇ ਜੀਵ ਸਤਿਗੁਰ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਬਹੁਤਾ ਹੀ ਖਾਇਆ ਕਰਨਗੇ। ਇਸ ਪ੍ਰਕਾਰ ਕਹਿੰਦੇ ਪ੍ਰੀਤੀ ਤਾਂ ਹੋਵੇਗੀ ਥੋੜੀ, ਪ੍ਰੇਮ ਤਾਂ ਹੋਇਆ ਕਰੇਗਾ ਥੋੜਾ, ਪਰ ਲੋਕ ਜਣਾਇਆ ਬਹੁਤਾ ਕਰਨਗੇ। ਐਵੇਂ ਖੁਸ਼ਾਮਦੀ ਦੇ ਵਚਨ ਕਰਿਆ ਕਰਨਗੇ ਦੂਜੇ ਨੂੰ ਖੁਸ਼ ਕਰਨ ਵਾਸਤੇ ਵੀ ਮੈਂ ਤੇਰੇ ਨਾਲ ਬੜਾ ਪ੍ਰੇਮ ਕਰਦਾ, ਬੜਾ ਪਿਆਰ ਹੈ, ਬੜਾ ਸਤਿਕਾਰ ਕਰਦਾ ਮੈਂ ਤੇਰਾ। ਪ੍ਰੀਤ ਥੋਰ ਖੁਸ਼ਮਤ ਬਚਨ, ਐਵੇਂ ਖੁਸ਼ਾਮਦੀ ਬਚਨ, ਖੁਸ਼ਾਮਦੀ ਗੱਲਾਂ ਕਰਿਆ ਕਰਨਗੇ। ਕਿਉਂ ਕਰਨਗੇ? ਕਹਿੰਦੇ ਉਦਰ ਭਰਨ ਕੇ ਕਾਜ, ਕਿਉਂਕਿ ਲੋੜ ਹੁੰਦੀ ਹੈ ਨਾ ਜਦੋਂ ਕਿਸੇ ਬੰਦੇ ਤੱਕ, ਤਾਂ ਫਿਰ ਦੂਜਾ ਬੰਦਾ ਜਾ ਕੇ ਉਹਦੀ ਖੁਸ਼ਾਮਦ ਕਰਦਾ, ਉਹਨੂੰ ਐਵੇਂ ਪੰਪ ਦੇਈ ਜਾਂਦਾ ਵੀ ਤੂੰ ਤਾਂ ਬੜਾ ਮਹਾਨ ਹੈ, ਅਸੀਂ ਤਾਂ ਤੇਰੇ ਆਸਰੇ ਆ, ਤੇਰੇ ਆਸਰੇ ਦਿਨ ਕੱਟੀ ਕਰਦੇ ਆ। ਕਹਿੰਦੇ ਇਸ ਪ੍ਰਕਾਰ ਕਹਿੰਦੇ ਰੋਟੀਆਂ ਕਾਰਨ ਪੂਰਾ ਤਾਲ, ਕਹਿੰਦੇ ਇਹ ਰੋਟੀਆਂ ਕਰਕੇ ਪੇਟ ਭਰਨ ਦੇ ਵਾਸਤੇ ਤੇ ਕਹਿੰਦੇ ਦੂਜੇ ਮਨੁੱਖ ਤੋਂ ਆਪਣਾ ਕੰਮ ਲੈਣ ਵਾਸਤੇ ਖੁਸ਼ਾਮਦ ਬਹੁਤੀ ਕਰਿਆ ਕਰਨਗੇ, ਪ੍ਰੇਮ ਥੋੜਾ ਰਹਿ ਜਾਏਗਾ। ਹਾਂ ਕਹਿੰਦੇ ਜਿਹੜੇ ਵੱਡੇ ਵੱਡੇ ਕਵੀ ਜਨ, ਕਵੀਸ਼ਰ, ਵਿਦਵਾਨ ਲੋਕ ਹੋਣਗੇ ਨਾ, ਕਹਿੰਦੇ ਉਹ ਵੀ ਸਾਰਾ ਦਿਨ ਕਹਿੰਦੇ ਐਵੇਂ ਕਰਮ ਦੀ ਭਾਲ ਦੇ ਵਿੱਚ, ਵਿਸ਼ੇ ਰਸ ਭੋਗਣ ਦੇ ਵਿੱਚ ਹੀ ਸਾਰਾ ਦਿਨ ਕੋਈ ਆਪਣਾ ਸਾਜੋ ਸਮਾਨ ਕੋਈ ਬੰਨ ਨੂੰ ਬੰਨਦੇ ਫਿਰਨਗੇ। ਕਹਿੰਦੇ ਵੇਦਾਂ ਦੇ ਗਿਆਤਾ ਜਿਹੜੇ ਪੰਡਤ ਹੋਣਗੇ ਉਹ ਵੇਦਾਂ ਨੂੰ ਵੇਚਣਗੇ, ਭਾਵ ਵੇਦਾਂ ਦੇ ਮੰਤਰ ਜਪ ਕੇ ਉਹਨਾਂ ਦੀ ਕਮਾਈ ਖਾਣ ਲੱਗ ਪੈਣਗੇ। ਉਹ ਵੇਦਾਂ ਨੂੰ ਵੇਚਣ ਵਾਲੇ ਹੋ ਜਾਣਗੇ ਤੇ ਭੂਮ ਵੇਚ ਤੇ ਛਤਰ, ਛਤਰੀ ਜਿਹੜੇ ਯੋਧੇ ਸੂਰਮੇ ਹੈ, ਜਿਹੜੇ ਅੱਜ ਜ਼ਮੀਨ ਪਿੱਛੇ 1 ਇੰਚ ਪਿੱਛੇ ਮੈਦਾਨੇ ਜੰਗ ਵਿੱਚ ਤਲਵਾਰਾਂ ਕੱਢ ਲੈਂਦੇ ਆ, ਕਹਿੰਦੇ ਆਪਣੇ ਆਪ ਜ਼ਮੀਨਾਂ ਵੇਚਣ ਲੱਗ ਪੈਣਗੇ। ਹਾਂ ਵਪਾਰੀ ਜਿਹੜੇ ਬਾਣੀਏ ਹੋਣਗੇ ਉਹ ਆਪਣਾ ਘਰ-ਬਾਰ ਵੇਚਣ ਲੱਗ ਪੈਣਗੇ ਤੇ ਸ਼ੂਦਰ ਵੇਚ ਤੇ ਪੁੱਤਰ ਜਿਹੜੇ ਕੰਮੀ ਲੋਕ ਹੋਣਗੇ, ਕਿਰਤੀ ਲੋਕ, ਤੇ ਉਹ ਲਾਲਚ ਵਿੱਚ ਆ ਕੇ ਆਪਣੇ ਪੁੱਤਰਾਂ ਨੂੰ ਵੇਚ ਦਿਆ ਕਰਨਗੇ ਵੀ ਲੈ ਮੈਨੂੰ 1 ਸਾਲ ਦੇ ਇੰਨੇ ਪੈਸੇ ਦੇ ਦੇ ਤੇ ਤੂੰ ਜਿੰਨਾ ਮਰਜ਼ੀ ਕੰਮ ਲਈ ਜਾਵੇਂ। ਹਾਂ ਫਿਰ ਕਹਿੰਦੇ ਜਿਹੜੇ ਭੁੱਖੇ ਮਰਦੇ ਹੋਣਗੇ ਨਾ, ਕੰਮ ਤੋਂ ਬਿਨਾਂ ਬੇਰੁਜ਼ਗਾਰ ਹੋਣਗੇ, ਤੇ ਅੱਜ ਸਮਾਂ ਐਸਾ ਹੀ ਆ ਨਾ, ਕਿੰਨੇ ਬੇਰੁਜ਼ਗਾਰ ਫਿਰਦੇ ਆ। ਕਹਿੰਦੇ ਭੁੱਖੇ ਮਰਤੇ ਕਾਮ ਬਿਨ ਭਗਵਾ ਕਰਕੇ ਭੇਖ, ਫਿਰ ਕਹਿੰਦੇ ਉਹ ਭਗਵਾਂ ਜਾਂ ਰੰਗ ਰੰਗਾ ਕੇ ਚੋਲਾ ਬਸਤਰ, ਕਹਿੰਦੇ ਇਸ ਤਰ੍ਹਾਂ ਦੇ ਭਗਵੇਂ ਜੇ ਪਹਿਨ ਕੇ ਸਾਧੂ ਕਹਾਉਣ ਲੱਗ ਪੈਣਗੇ। ਹਾਂ
ਹਾਂ ਕਹਿੰਦੇ ਵੱਡੀਆਂ ਵੱਡੀਆਂ ਜਟਾ ਵਧਾ ਲੈਣਗੇ, ਕੋਈ ਬੋੜ ਦਾ ਦੁੱਧ ਲਾ ਕੇ, ਕੋਈ ਖੱਟੀ ਲੱਸੀ ਪਾ ਕੇ, ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ। ਤੇ ਕਹਿੰਦੇ ਇਸ ਪ੍ਰਕਾਰ ਕਹਿੰਦੇ ਵਿਸ਼ੇ ਰਸਾਂ ਨੂੰ ਉਹ ਭੋਗਣਗੇ। ਹਾਲਾਂਕਿ ਉਹਨਾਂ ਨੇ ਮਿਰਗਸ਼ਾਲਾ ਵੀ ਪਹਿਨੀ ਹੋਏਗੀ, ਮਿਰਗਸ਼ਾਲਾ ਦੇ ਉੱਤੇ ਬੈਠੇ ਵੀ ਹੋਣਗੇ। ਤੇ ਮਿਰਗਸ਼ਾਲਾ ਜਿਹੜੀ ਮਿਰਗ ਦੀ ਖਲੜੀ ਹੈ, ਮਿਰਗ ਦੀ ਚਮੜੀ ਹੈ, ਸੋ ਕਹਿੰਦੇ ਉਹਨਾਂ ਨੇ ਆਪਣੇ ਲੱਕ ਦੁਆਲੇ ਵੀ ਲਪੇਟੀ ਹੋਵੇਗੀ, ਪਰ ਵਿਸ਼ੇ ਰਸਾਂ ਨੂੰ ਭੋਗਣ ਵਾਲੇ ਹੋਣਗੇ ਜਟਾਧਾਰੀ ਵੀ। ਲੋਕਾਂ ਨੂੰ ਜਾ ਕੇ ਉਪਦੇਸ਼ ਦੇਣਗੇ ਕਿ ਸਤ ਸੰਗ ਆ ਨਾ ਜਿਹੜਾ, ਇਹ ਬਹੁਤ ਵੱਡੇ ਭਾਗਾਂ ਨਾਲ ਮਿਲਦਾ ਹੈ। ਹਾਂ, ਪਰ ਕਹਿੰਦੇ ਕਰਨੀ ਕਮਾਈ ਕੋਈ ਨਹੀਂ ਹੋਵੇਗੀ, ਸਿਰਫ ਉਪਦੇਸ਼ਕ ਹੋਣਗੇ, ਆਪਣੀ ਕਰਨੀ ਕਮਾਈ ਕੋਈ ਨਹੀਂ ਹੋਵੇਗੀ। ਪਰ ਗੁਰੂ ਘਰ ਦੇ ਵਿੱਚ ਤਾਂ ਜਹ ਕਰਨੀ ਤਹ ਪੂਰੀ ਮਤ ਕਰਨੀ ਬਾਝੋ ਘਟੇ ਘਟ ਦਾ ਉਪਦੇਸ਼ ਦਿੱਤਾ ਨਾ ਸਤਿਗੁਰੂ ਨੇ, ਕਿ ਕਰਨੀ ਪ੍ਰਧਾਨ ਹੈ ਇੱਥੇ। ਤੇ ਕਹਿੰਦੇ ਐਸੇ ਵੀ ਕਹਿੰਦੇ ਪਖੰਡੀ ਜਟਾਧਾਰੀ ਸਾਧ ਬਣੇ ਹੋਏ ਵਿਹਲੜ ਕਹਿੰਦੇ ਹੋਣਗੇ ਕਲਯੁਗ ਦੇ ਸਮੇਂ ਵਿੱਚ, ਕਿ ਜਿਹੜੇ ਲੋਕਾਂ ਨੂੰ ਤਾਂ ਬਚਨ ਕਰਨਗੇ ਵੀ ਸਤਸੰਗ ਵੱਡਿਆਂ ਭਾਗਾਂ ਨਾਲ ਮਿਲਦਾ, ਆਪ ਦੀ ਕਰਨੀ ਕਮਾਈ ਕੋਈ ਨਹੀਂ ਹੋਵੇਗੀ। ਇਸ ਕਰਕੇ ਕਹਿੰਦੇ ਉਹ ਆਪ ਵੀ ਨਰਕਾਂ 'ਚ ਜਾਣਗੇ ਤੇ ਚੇਲਿਆਂ ਨੂੰ ਵੀ ਨਰਕਾਂ ਵਿੱਚ ਲੈ ਜਾਣਗੇ। ਆਪ ਡੁੱਬੇ ਚੋਹ ਬੇਦ ਮੈਂ ਚੇਲੇ ਦੀਏ ਬਹਾਏ, ਆਪ ਵੀ ਡੁੱਬਣਗੇ, ਚੇਲਿਆਂ ਨੂੰ ਵੀ ਲੈ ਡੁੱਬਣਗੇ। ਵੰਚਨ ਨਾਮ ਹੈ ਠੱਗੀ ਮਾਰਨ ਦਾ। ਕਹਿੰਦੇ ਲੋਕਾਂ ਦੇ ਨਾਲ ਠੱਗੀਆਂ ਮਾਰਨਗੇ, ਪਰ ਮੂੰਹ ਤੋਂ ਬਹੁਤ ਗਿਆਨ ਦੀਆਂ ਗੱਲਾਂ ਬਾਤਾਂ ਕਰਨਗੇ। ਤੇ ਕਲਯੁਗ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਸਿਰ ਜਾ ਘਮਾਉਣ ਵਾਲੇ ਹੋਣਗੇ, ਸਿਰ ਨੂੰ ਧੁੰਨਣ ਵਾਲੇ, ਤੇ ਲੋਚਨ ਜਲ ਸ਼ਰਾਵਤ, ਜਿਨ੍ਹਾਂ ਦੇ ਅੱਖਾਂ ਦੇ ਵਿੱਚੋਂ ਨੇਤਰਾਂ ਦੇ ਵਿੱਚੋਂ ਪਾਣੀ ਡੁੱਲੇਗਾ, ਨੀਰ ਵਹਾਉਣਗੇ, ਬੜੇ ਬਰਾਗੀ ਬਣ ਬਣ ਕੇ ਲੋਕਾਂ ਨੂੰ ਦਿਖਾਉਣਗੇ। ਕਪਟੀ ਹੋਣਗੇ, ਉਹ ਧੋਖੇਬਾਜ਼ ਹੋਣਗੇ, ਤੇ ਅਧਿਕ ਸੁਹਾਤ। ਕਹਿੰਦੇ ਇਹੋ ਜਿਹੇ ਲੋਕਾਂ ਦੀ ਕਲਯੁਗ ਵਿੱਚ ਸੋਭਾ ਬਹੁਤ ਹੋਵੇਗੀ। ਹਾਂ, ਕਹਿੰਦੇ ਐਸਾ ਵੀ ਕਲਯੁਗ ਦਾ ਵਰਤਾਰਾ ਵਰਤੇਗਾ ਕਿ ਜਿਹੜੀਆਂ ਵਿਧਵਾਵਾਂ ਉਹ ਗਰਭ ਗਰਾਉਣਗੀਆਂ, ਤੇ ਸੁਹਾਗਣਾ ਜਿਹੜੀਆਂ ਉਹ ਜਿਹੜੀਆਂ ਉਹ ਪੁੱਤਰਾਂ ਨੂੰ ਔਲਾਦ ਨੂੰ ਤਰਸਣਗੀਆਂ। ਭੂਤਾਂ ਪ੍ਰੇਤਾਂ ਦੀ ਪੂਜਾ ਦੇ ਵਿੱਚ ਲੋਕ ਲੱਗ ਜਾਣਗੇ, ਨਹਿ ਸਿਮਰੈ ਸ੍ਰੀ ਪ੍ਰਭ। ਕਲਯੁਗ ਕਹਿੰਦਾ ਮੇਰਾ ਸਮੇਂ ਦਾ ਐਸਾ ਪ੍ਰਭਾਵ ਪਵੇਗਾ ਕਿ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਨੂੰ ਨਹੀਂ ਸੇਵੇਗਾ ਕੋਈ, ਉਹਨੂੰ ਨਹੀਂ ਸਿਮਰੇਗਾ। ਭੂਤਾਂ ਪ੍ਰੇਤਾਂ ਦੀ ਪੂਜਾ ਦੇ ਵਿੱਚ ਲੋਕ ਲੱਗੇ ਰਹਿਣਗੇ ਵਹਿਮਾਂ ਭਰਮਾਂ ਵਿੱਚ। ਹਾਂ, ਕਹਿੰਦੇ ਜਿੱਥੇ ਚਾਹ ਹੋਵੇਗੀ, ਚਾਹਨਾ ਹੋਵੇਗੀ ਨਾ, ਇੱਛਾ ਹੋਵੇਗੀ ਸ਼ੁਭ ਕਰਮ ਕਰਨ ਦੀ, ਉੱਥੇ ਕਹਿੰਦੇ ਤਹਿ ਵਿਘਨ ਬਾਹੋ, ਉੱਥੇ ਬਹੁਤ ਵਿਘਨ ਪਿਆ ਕਰਨਗੇ। ਕੋਈ ਚੰਗਾ ਕੰਮ ਕੋਈ ਸ਼ੁਰੂ ਕਰਨ ਲੱਗੇਗਾ ਤੇ ਨਾਲ ਦੀ ਨਾਲ ਕੋਈ ਨਾ ਕੋਈ ਵਿਘਨ ਪੈ ਜਾਇਆ ਕਰੇਗਾ। ਚੰਗਾ ਕੰਮ ਕੋਈ ਵੀ ਕਰਨ ਲੱਗੇ ਵੀ ਚਲੋ ਆਪਾਂ ਇੱਥੇ ਵੀ ਆਹ ਸੇਵਾ ਕਰ ਲੈਂਦੇ, ਉਦੋਂ ਹੀ ਕੋਈ ਨਾ ਕੋਈ ਟੋਕਣ ਵਾਲਾ ਆ ਬੋੜਦਾ ਵੀ ਨਹੀਂ ਇਸ ਤਰ੍ਹਾਂ ਨਹੀਂ, ਤੈਨੂੰ ਕਿਹਨੇ ਕਿਹਾ ਵੀ ਇਸ ਤਰ੍ਹਾਂ ਹੋ ਜਾਏਗਾ, ਐਵੇਂ ਨਹੀਂ ਕਰਨਾ। ਕੋਈ ਨਾ ਕੋਈ ਵਿਘਨ ਸ਼ੁਭ ਕਰਮ ਕਰਨ ਲੱਗ ਜਾਓ ਸਹੀ। ਕੋਈ ਕਹੇ ਨਾ ਵੀ ਮੈਂ ਅੰਮ੍ਰਿਤ ਛਕਣਾ ਹੈ ਤੇ ਕਿਸੇ ਆਂਢੀ ਗੁਆਂਢੀ ਕੋਲੇ ਭੁੱਲ ਭੁਲੇਖੇ ਗੱਲ ਕਰ ਲੇ, ਨਾਲ ਦੀ ਨਾਲ ਕਹਿਣਗੇ ਲੈ ਅੰਮ੍ਰਿਤ ਛਕ ਕੇ ਤੂੰ ਐਡੀ ਕਿਰਪਾਨ ਪਾਏਗਾ, ਜੇ ਉਹ ਰਾਤ ਨੂੰ ਸੁੱਤੇ ਪਏ ਦੇ ਢਿੱਡ 'ਚ ਵੱਜ ਗਈ, ਢਿੱਡ ਥੋੜ੍ਹਾ ਹੀ ਪੜਵਾਉਣਾ, ਤੈਨੂੰ ਸਸਤਾ ਸੌਦਾ ਦੱਸਦੇ ਆ, ਤੇ ਤੈਨੂੰ ਕਿਸੇ ਦੇਹਧਾਰੀ ਗੁਰੂ ਦੇ ਕੋਲੇ ਚੱਲ, ਤੈਨੂੰ ਨਾਮ ਸ਼ਬਦ ਦਵਾ ਲਿਆਉਨੇ ਆ, ਨਾ ਅੰਮ੍ਰਿਤ ਵੇਲੇ ਉੱਠਣਾ ਪਵੇ, ਨਾ ਨਿਤਨੇਮ ਕਰਨਾ ਪਵੇ, ਨਾ ਰਹਿਤ ਬਹਿਤ ਦੀ ਕੋਈ ਬੰਦਿਸ਼ ਹੈ। ਹਾਂ, ਜੇ ਕਹਿੰਦੇ ਕਦੇ ਕੋਈ ਮਾੜੀ ਮੋਟੀ ਗਲਤੀ ਹੋ ਵੀ ਜਾਵੇ, ਮੀਟ ਆਂਡਾ ਖਾ ਵੀ ਲਵੇਂ, ਕਦੇ ਦਿਲ ਕਰੇ ਤੇ ਕਹਿੰਦੇ ਜਾ ਕੇ ਉਹ ਗੁਰੂ ਤੋਂ ਮਾਫੀ ਮੰਗ ਲਿਆ ਕਰਾਂਗੇ। ਇਹ ਥੋੜ੍ਹੀ ਵੀ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪਏਗਾ ਤੇ ਉਹ ਗੁਰੂ ਕੀ ਹਜ਼ੂਰੀ ਵਿੱਚ ਤਨਖਾਹ ਲਾਉਣਗੇ। ਬੜੇ ਸੌਖੇ ਸੌਖੇ ਤਰੀਕੇ ਦੱਸ ਦਿੰਦੇ ਆ ਜਦੋਂ ਕੋਈ ਸ਼ੁਭ ਕਰਮ ਕਰਨ ਲੱਗੇ, ਕੋਈ ਨਾ ਕੋਈ ਵਿਪਤਾ ਆ ਖੜਦੀ ਹੈ। ਤੇ ਕਲਯੁਗ ਕਹਿੰਦਾ ਵੀ ਜਿੱਥੇ ਚਾਹ ਹੋਵੇਗੀ, ਚਾਹਨਾ ਹੋਵੇਗੀ, ਇੱਛਾ ਹੋਵੇਗੀ ਸ਼ੁਭ ਕਰਮ ਕਰਨ ਦੀ, ਉੱਥੇ ਬਹੁਤ ਸਾਰੇ ਵਿਘਨ ਹੋਇਆ ਕਰਨਗੇ ਮੇਰੇ ਸਮੇਂ ਵਿੱਚ। ਤੇ ਇਸੇ ਤਰ੍ਹਾਂ ਬਿਨਾਂ ਚਾਹ ਹੋਏ ਕਾਮ, ਤੇ ਕਹਿੰਦੇ ਉਹ ਕੰਮ ਕਹਿੰਦੇ ਐਵੇਂ ਹੋ ਜਾ ਕਰਨਗੇ ਜਿਨ੍ਹਾਂ ਦੀ ਇੱਛਾ ਹੀ ਨਹੀਂ ਹੁੰਦੀ ਕਰਨ ਦੀ, ਭਾਵ ਅਸ਼ੁਭ ਕਰਮ ਹੈ, ਮਾੜੇ ਕਰਮ ਹੈ, ਉਹਨਾਂ ਦੇ ਵਿੱਚ ਕਹਿੰਦੇ ਕੋਈ ਵਿਘਨ ਨਹੀਂ ਪਿਆ ਕਰੇਗਾ, ਉਹ ਤਾਂ ਬਿਨਾਂ ਯਤਨ ਤੋਂ ਹੋ ਜਾਇਆ ਕਰਨਗੇ। ਹਾਂ, ਜਿਹੜੇ ਮਿੱਤਰ ਹੋਣਗੇ ਨਾ, ਜਦੋਂ ਕੋਈ ਵਿਪਤਾ ਦਾ ਸਮਾਂ ਪੈ ਜਾਏਗਾ ਉਹਨਾਂ ਦੇ ਕਿਸੇ ਮਿੱਤਰ ਦੇ ਉੱਤੇ,
ਤੇ ਕਹਿੰਦੇ ਉਹ ਫਿਰ ਦੋਸਤੀ ਨਹੀਂ ਨਿਭਾਉਣਗੇ, ਮਿੱਤਰਤਾ ਨਹੀਂ ਨਿਭਾਉਣਗੇ, ਉੱਥੇ ਵੀ ਉਹ ਕਹਿੰਦੇ ਸ਼ਤਰੁਤਾ ਦੁਸ਼ਮਣੀ ਵਾਲਾ ਕੰਮ ਕਰਨਗੇ ਵੀ ਚੰਗਾ ਵਧੀਆ ਫਸਿਆ, ਕਹਿੰਦੇ ਹੁਣ ਦੇਖਾਂਗੇ, ਹੁਣ ਠੀਕ ਆਇਆ ਇਹ, ਕਹਿੰਦੇ ਉਹ ਸ਼ਤਰੁਤਾ ਕਰਨਗੇ ਕਲਯੁਗ ਦੇ ਪ੍ਰਭਾਵ ਦਾ ਸਦਕਾ। ਤੇ ਸ਼ਤਰ ਮੀਤ ਕਾ ਕਾਮ, ਤੇ ਜਿਹੜਾ ਸ਼ਤਰੂ ਹੋਵੇਗਾ, ਦੁਸ਼ਮਣ ਹੋਵੇਗਾ, ਵਿਪਤਾ ਪਈ ਤੋਂ ਬੰਦਾ ਫਿਰ ਉਹਨਾਂ ਦੇ ਕੋਲ ਜਾਏਗਾ ਕਿ ਮੇਰਾ ਕੰਮ ਕਰ ਦਿਓ, ਮੈਂ ਬੜਾ ਵਿਪਤਾ ਵਿੱਚ ਫਸਿਆ ਹੋਇਆ, ਤੁਸੀਂ ਜੇ ਤੁਸੀਂ ਮੇਰੇ ਦੁਸ਼ਮਣ ਸੀ ਹੁਣ ਤੁਸੀਂ ਮੇਰੇ ਦੋਸਤ ਬਣ ਜਾਓ। ਕਹਿੰਦੇ ਕਲਯੁਗ ਦੇ ਸਮੇਂ ਦਾ ਐਸਾ ਪ੍ਰਭਾਵ ਪਵੇਗਾ ਕਿ ਜਿਹੜੇ ਦੋਸਤ ਹੈ ਵਿਪਤਾ ਦੇ ਸਮੇਂ ਉਹ ਦੁਸ਼ਮਣ ਬਣ ਜਾਣਗੇ, ਤੇ ਦੁਸ਼ਮਣਾਂ ਕੋਲੇ ਬੰਦਾ ਭੱਜ ਭੱਜ ਕੇ ਜਾਵੇਗਾ ਕਿ ਤੁਸੀਂ ਹੁਣ ਦੋਸਤਾਂ ਵਾਲਾ ਫਰਜ਼ ਨਿਭਾਓ। ਸੁਣ ਬੋਲੇ ਕਉ ਤਜ ਭਲੇ, ਤੂੰ ਤਾਂ ਲਟੋ ਜੋ ਪੰਥ। ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਲਯੁਗ ਦੀਆਂ ਇਹ ਗੱਲਾਂ ਜਦੋਂ ਉਹਨੇ ਨਿਸ਼ਾਨੀਆਂ ਦੱਸੀਆਂ ਨਾ ਆਪਣੀਆਂ ਵੀ ਇਸ ਤਰ੍ਹਾਂ ਦੇ ਲੱਛਣ ਹੋਣਗੇ ਮੇਰੇ, ਇਸ ਤਰ੍ਹਾਂ ਦਾ ਵਰਤਾਰਾ ਮੈਂ ਵਰਤਾਊਂਗਾ, ਤਾਂ ਸੁਣ ਕੇ ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਕਹਿੰਦੇ ਕਲਯੁਗ ਤੂੰ ਤਾਂ ਬੜਾ ਕਹਿੰਦੇ ਫਿਰ ਭੈੜਾ ਬੰਦਾ ਯਾਰ, ਕਹਿੰਦੇ ਤੂੰ ਕੌਤਕ ਭਲੇ ਤੂੰ ਤਾਂ ਨਟ ਜਿਉ ਪੰਥ, ਕਹਿੰਦੇ ਤੂੰ ਤਾਂ ਕਹਿੰਦੇ ਕੌਤਕੀ ਬੰਦਾ ਹੈ, ਜਿਵੇਂ ਨਾਟਕੀ ਬੰਦੇ ਨਹੀਂ ਹੁੰਦੇ ਨਾਟਕ ਕਰਦੇ, ਕਹਿੰਦੇ ਤੂੰ ਤਾਂ ਨਾਟਕ ਚੇਟਕੀ ਕਰਿਆ ਕਰੇਗਾ, ਇਸ ਪ੍ਰਕਾਰ ਦਾ ਕਹਿੰਦੇ ਤੇਰਾ ਵਰਤਾਰਾ ਵਰਤੇਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਕਲਯੁਗ ਦੇ ਸਮੇਂ ਦੇ ਵਿੱਚ ਤਾਂ ਨਾਮਦਾਨ ਹੋਏਗਾ, ਨਾਮ ਦੇ ਦਾਨ ਦੀ ਗੱਲ ਚੱਲਣੀ ਚਾਹੀਦੀ ਆ। ਆਪ ਜਪੈ ਅਬ ਰਹਿ ਨਾਮ ਜਪਾਵੈ, ਮੇਰੇ ਗੁਰੂ ਕੇ ਸਿੱਖ ਗੁਰੂ ਨਾਨਕ ਦੀ ਸੰਗਤ ਕਹਿੰਦੇ ਉਹ ਤਾਂ ਨਾਮਦਾਨ ਦਾ ਛਿੱਟਾ ਦੇਣਗੇ। ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਇੱਕ ਕਣੀ, ਕਹਿੰਦੇ ਪੰਥ ਦੇ ਵਿੱਚ ਤਾਂ ਕਹਿੰਦੇ ਨਾਮ ਜਪਣ ਵਾਲੇ ਹੋਣਗੇ, ਨਾਮ ਜਪਾਉਣ ਵਾਲੇ ਹੋਣਗੇ। ਕਹਿੰਦੇ ਕਲਯੁਗ ਤੂੰ ਆਪਣੀ ਡੰਡੀ ਰਗੜ ਕਰੀ ਉਹ ਆਪਣੀ ਸੰਥ, ਕਹਿੰਦੇ ਤੈਨੂੰ ਜਗ੍ਹਾ ਨਹੀਂ ਅਸੀਂ ਦੇਣੀ ਪੰਥ ਦੇ ਵਿੱਚ, ਤੂੰ ਆਪਣੀ ਸੰਥ ਕੋਈ ਆਪਣਾ ਕੋਈ ਹੋਰ ਟਿਕਾਣਾ ਲੱਭ ਲੈ, ਕੋਈ ਆਪਣੀ ਰਵਾਇਤ ਹੋਰ ਤੋਰ ਲੈ। ਉਸ ਵੇਲੇ ਕਲਯੁਗ ਦੀਆਂ ਇਹ ਸਾਰੀਆਂ ਗੱਲਾਂ ਸੁਣ ਕੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਚਨ ਕੀਤੇ, ਕਹਿੰਦੇ ਜੇ ਸਹੀ ਗੱਲ ਸੁਣਦਾ ਹੈ, ਸੱਚੀ ਗੱਲ ਸੁਣਦਾ ਨਾ, ਕਹਿੰਦੇ ਅਸੀਂ ਤੈਨੂੰ ਉੱਚੀ ਬੋਲ ਕੇ ਦੱਸਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿੱਥੇ ਅਸੀਂ, ਕਿੱਥੇ ਸਾਡੇ ਸੰਤ ਭਗਤ ਗੁਰਸਿੱਖ ਗੁਰੂ ਕਾ ਖਾਲਸਾ, ਤੇ ਕਹਿੰਦੇ ਉਹਨਾਂ ਨਾਲ ਤੂੰ ਕਿਵੇਂ ਰਲ ਜਾਏਗਾ, ਤੂੰ ਕਹਿੰਦਾ ਮੈਨੂੰ ਉਹਨਾਂ ਦੇ ਵਿੱਚ ਰਲਾ ਕੇ ਰੱਖੋ, ਆਪਣੇ ਪੰਥ ਦੇ ਵਿੱਚ ਮਿਲਾ ਕੇ ਰੱਖੋ। ਸਤਿਗੁਰ ਕਹਿੰਦੇ ਕਹਾਂ ਤੁਮਾਰੀ ਬਾਤ, ਕਹਿੰਦੇ ਕਿੱਥੇ ਤੇਰੀ ਗੱਲਬਾਤ, ਕਿੱਥੇ ਗੁਰੂ ਕੇ ਸਿੰਘ ਚੜ੍ਹਦੀ ਕਲਾ ਵਾਲੇ ਬਾਣੀ ਪੜ੍ਹਨ ਵਾਲੇ, ਸੋ ਐਸਾ ਨਹੀਂ ਹੋ ਸਕੇਗਾ। ਸੋ ਇੱਥੇ ਸਮੇਂ ਦੀ ਸਮਾਪਤੀ ਹੈ, ਬਾਕੀ ਰਹਿੰਦਾ ਪ੍ਰਸੰਗ ਜਿਹੜਾ, ਕਿਉਂਕਿ ਇੱਥੋਂ ਨਵਾਂ ਪ੍ਰਸੰਗ ਸ਼ੁਰੂ ਹੋ ਜਾਣਾ ਇਸ ਅਧਿਆਏ ਦੇ ਵਿੱਚ ਹੀ ਚੱਲਦਾ ਚੱਲਦਾ। ਸੋ ਕਲਯੁਗ ਜਿਹੜਾ ਉਹ ਅੱਗੇ ਆਪਣੇ ਲੱਛਣ ਦੱਸੇਗਾ ਕਿ ਕਿਵੇਂ ਮੇਰੀ ਉਤਪਤੀ ਹੋਈ ਹੈ, ਕਿਵੇਂ ਮੈਂ ਪ੍ਰਗਟ ਹੋਇਆ, ਕਿਵੇਂ ਅਸੀਂ ਚਾਰ ਭਰਾ ਸਤਯੁਗ ਤ੍ਰੇਤਾ ਦੁਆਪਰ ਤੇ ਕਲਯੁਗ ਹੈ, ਅਸੀਂ ਵੱਖਰੋ ਵੱਖਰੇ ਸਮਿਆਂ ਦੇ ਵਿੱਚ ਆਉਨੇ ਆ, ਤੇ ਕੀ ਕੀ ਸਾਡਾ ਪ੍ਰਭਾਵ ਹੋਵੇਗਾ। ਸੋ ਇਹ ਗੱਲਾਂ ਬਾਤਾਂ ਹੋਰ ਜਿਹੜੀਆਂ ਅੱਗੇ ਸਤਿਗੁਰੂ ਜੀ ਦੇ ਨਾਲ ਬਚਨ ਵਿਲਾਸ ਕਲਯੁਗ ਜਿਹੜੀਆਂ ਬੇਨਤੀਆਂ ਸਤਿਗੁਰੂ ਦੇ ਚਰਨਾਂ ਵਿੱਚ ਕਰੇਗਾ, ਸਤਿਗੁਰੂ ਜੀ ਸੁੰਦਰ ਬਚਨ ਕਰਨਗੇ। ਸੋ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਿਵਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਮੱਤ ਬਖਸ਼ਣ। ਆਪ ਜੀ ਨੇ ਸ਼ੁੱਧਤਾ ਦੇ ਵਾਸਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ। ਆਓ ਸਮਾਪਤੀ ਦੀਆਂ ਦੋ ਤੁਕਾਂ ਪੜ੍ਹ ਕੇ ਅਰਦਾਸ ਵਿੱਚ ਸ਼ਾਮਲ ਹੋਈਏ ਜੀ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ आगम पूरन मोहे मया धार, अंधकूप महाभयान नानक पार उतार। वाहिगुरु जी का खालसा वाहिगुरु जी की फतेह। तू ठाकुर